ਜਾਓ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਤੇਰਾ ਅੰਤ ਨ ਜਾਈ ਲਖਿਆ, ਅਕਥ ਨ ਜਾਈ ਹਰਿ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸਾਹ, ਸਿਰ ਸਾਹਾਂਦੈ ਸਾਹੁ। ਜਿਸ ਪਾਸ ਮਹਿਠਿਆ ਸੋਹੀਐ, ਸਭਨਾ ਦਾ ਵਿਸਾਹੁ। ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ। ਰਾਗ ਰਾਮਕਲੀ ਮਹੱਲਾ ਪੰਜਵਾਂ। ਘਰ ਦੂਜਾ ਦੁਖ ਦੇ। ਇਕ ਓੰਕਾਰ, ਸਤਿਗੁਰ ਪ੍ਰਸਾਦ। ਗਾਵੋ ਰਾਮ ਕੀ ਗੁਣ ਗੀਤ, ਨਾਮ ਜਪਤ ਪਰਮ ਸੁਖ ਪਾਈਐ। ਆਵਾਗੁਣ ਮਿਟੈ ਨਿਰਨੀਤ, ਗਾਵੋ ਰਾਮ ਕੀ ਗੁਣ ਗੀਤ। ਨਾਮ ਜਪਤ ਪਰਮ ਸੁਖ ਪਾਈਐ। ਆਵਾਗੁਣ ਮਿਟੈ ਨਿਰਨੀਤ। ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲ ਮਹਿ ਹੋਏ ਨਿਵਾਸ। ਸੰਤ ਸੰਗਤ ਮਹਿ ਹੋਏ ਉਧਾਰ, ਨਾਨਕ ਭਵ ਜਲ ਉਤਰਸ ਪਾਰ। ਸੰਤ ਸੰਗਤ ਮਹਿ ਹੋਏ ਉਧਾਰ, ਨਾਨਕ ਭਵ ਜਲ ਉਤਰਸ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ।
ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤਿਗੁਰਾਂ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ, ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਅੱਜ ਸਾਧ ਸੰਗਤ ਜੀ ਸੱਤ ਪੋਹ ਦਾ ਦਿਨ ਹੈ। ਜਿਹੜੀ ਰਾਤ ਲੰਘੀ ਹੈ, 6 ਪੋਹ ਦੀ ਰਾਤ ਲੰਘੀ ਹੈ। ਇਸ 6 ਪੋਹ ਦੀ ਰਾਤ ਨੂੰ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ, ਸ੍ਰੀ ਆਨੰਦਪੁਰ ਸਾਹਿਬ ਛੱਡਿਆ। ਗਰੀਬ ਨਵਾਜ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੀ ਕੁਝ ਮਿੰਟ ਵਿਚਾਰ ਸਾਂਝੀ ਕਰਕੇ ਫਿਰ ਲੜੀਵਾਰ ਸ਼ਬਦ ਦੇ ਨਾਲ ਜੁੜਾਂਗੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਨਾਲ 22 ਧਾਰ ਦੇ ਰਾਜੇ ਸਮੇਂ-ਸਮੇਂ ਦੇ ਨਾਲ ਚੜ੍ਹ ਕੇ ਆਉਂਦੇ ਰਹੇ, ਹਾਰ ਕੇ ਜਾਂਦੇ ਰਹੇ। ਭਾਵੇਂ ਉਹ ਸਭ ਤੋਂ ਪਹਿਲਾ ਯੁੱਧ ਭੰਗਾਣੀ ਦਾ ਯੁੱਧ ਸੀ, ਭਾਵੇਂ ਨਿਦਾਉਣ ਦਾ ਯੁੱਧ ਸੀ, ਭਾਵੇਂ ਹੋਰ ਸ੍ਰੀ ਅਨੰਦਪੁਰ ਸਾਹਿਬ ਦੀਆਂ ਲੜਾਈਆਂ, ਬਿਨਾਂ ਕਾਰਨ ਤੋਂ ਈਰਖਾ ਦੇ ਵਿੱਚ ਸੜੇ ਹੋਏ ਕਲਗੀਆਂ ਵਾਲੇ ਪਾਤਸ਼ਾਹ ਉੱਤੇ ਚੜ੍ਹਾਈ ਕਰਕੇ ਆਉਂਦੇ ਰਹੇ। ਕਿਉਂਕਿ ਜਰਦੇ ਨਹੀਂ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੋਭਾ ਨੂੰ। ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਘੋੜ ਸਵਾਰ ਬਣਾਇਆ, ਸ਼ਸਤਰਧਾਰੀ ਬਣਾਇਆ, ਨਿਸ਼ਾਨ ਝੁਲਾਏ, ਰਣਜੀਤ ਨਗਾਰਾ ਮੜ੍ਹਿਆ ਤੇ ਰਣਜੀਤ ਨਗਾਰੇ 'ਤੇ ਚੋਟਾਂ ਲੱਗੀਆਂ ਤੇ ਪਹਾੜੀ ਰਾਜੇ ਜਿਹੜੇ ਉਹ ਬਿਨਾਂ ਕਾਰਨ ਤੋਂ ਹੀ ਥਰ-ਥਰ ਕੰਬਣ ਲੱਗੇ। ਔਰੰਗਜ਼ੇਬ ਬਾਦਸ਼ਾਹ ਉਹ ਆਪਣੇ ਪਾਪ ਤੋਂ ਡਰਦਾ ਸੀ, ਕਿਉਂਕਿ ਸਤਿਗੁਰੂ ਨਾਵੇਂ ਪਾਤਸ਼ਾਹੀ ਦੀ ਸ਼ਹੀਦੀ ਹੋਈ ਤੇ ਉਹਦੇ ਰਾਜ ਦੇ ਵਿੱਚ ਉਹਦੇ ਜ਼ੁਲਮ ਨੂੰ ਠੱਲਦਿਆਂ ਹੋਇਆਂ ਨਾਵੇਂ ਪਾਤਸ਼ਾਹੀ ਨੇ ਆਪਣੇ ਸੀਸ ਨੂੰ ਕੁਰਬਾਨ ਕੀਤਾ, ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। ਔਰੰਗਜ਼ੇਬ ਬਾਦਸ਼ਾਹ ਆਪਣੇ ਥਾਂ 'ਤੇ ਡਰਦਾ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਦਾ ਮੇਰੇ ਤੋਂ ਬਦਲਾ ਲੈਣਗੇ। ਇਹ ਉਹਦੇ ਮਨ ਦੇ ਵਿੱਚ ਕਿਤੇ ਹੈ ਸੀ ਡਰ। ਇੱਧਰਲੇ ਪਾਸੇ 22 ਧਾਰ ਦੇ ਰਾਜੇ, ਇਹਨਾਂ ਨੇ ਕਈ ਵਾਰੀ ਜੰਗ ਯੁੱਧ ਮਹਾਰਾਜ ਸਾਹਿਬ ਜੀ ਦੇ ਨਾਲ ਕੀਤੇ, ਹਾਰਦੇ ਰਹੇ। ਜਦੋਂ ਇਹਨਾਂ 'ਤੇ ਕੋਈ ਦੂਸਰਾ ਆ ਕੇ ਚੜ੍ਹਾਈ ਕਰਦਾ ਸੀ, ਫਿਰ ਕਲਗੀਧਰ ਪਾਤਸ਼ਾਹੀ ਦੀ ਸ਼ਰਨ ਵਿੱਚ ਵੀ ਪੈ ਜਾਂਦੇ ਸਨ ਆ ਕੇ ਕਿ ਮਹਾਰਾਜ ਅਸੀਂ ਭੁੱਲ ਗਏ, ਆਪ ਜੀ ਤੇ ਪਹਿਲਾਂ ਚੜ੍ਹ ਕੇ ਆਉਂਦੇ ਰਹੇ, ਵਧੀਕੀਆਂ ਕਰਦੇ ਰਹੇ, ਸਾਨੂੰ ਮਾਫੀ ਦੇ ਦਿਓ, ਸਾਡੀ ਮਦਦ ਕਰੋ। ਤੇ ਮਹਾਰਾਜ ਨੇ ਇਹਨਾਂ ਦੀ ਮਦਦ ਵੀ ਕਈ ਵਾਰੀ ਕੀਤੀ ਆ, ਭੀਮ ਚੰਦ ਦੀ ਵੀ ਕੀਤੀ ਆ, ਪਰ ਬਾਅਦ ਵਿੱਚ ਆਪਣਾ ਕੰਮ ਕੱਢ ਕੇ ਤੇ ਫੇਰ ਨਸ਼ੁਕਰੇ ਅਕਿਰਤ ਘਣ ਬਦਲ ਜਾਂਦੇ ਸਨ। ਕਲਗੀਆਂ ਵਾਲੇ ਪਾਤਸ਼ਾਹ ਦਾ ਹਿਰਦਾ ਦਇਆ ਨਾਲ ਭਰਿਆ ਹੋਇਆ ਧਰਮੀ ਪਿਤਾ। ਆਖਰਕਾਰ ਇਹਨਾਂ ਨੇ ਜਦੋਂ ਨਹੀਂ ਕੋਈ ਵਾਹ ਪੇਸ਼ ਗਈ, ਫਿਰ ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਮੈਦਾਨੀ ਜੰਗ ਤੇ ਕਰਕੇ ਕਈ ਵਾਰੀ ਵੇਖ ਲਿਆ, ਪਰ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਜਿੱਤੇ ਨਹੀਂ ਜਾਂਦੇ, ਤੁਸੀਂ ਸਾਡੀ ਮਦਦ ਕਰੋ। ਖਵਾਜੇ ਮਰਦੂਦ ਨੂੰ 10 ਲੱਖ ਫੌਜ ਦੇ ਕੇ ਭੇਜਿਆ ਸੀ ਔਰੰਗਜ਼ੇਬ ਨੇ, ਆਪ ਦੱਖਣ ਵਿੱਚ ਸੀ। ਦਿੱਲੀਓਂ ਫੌਜ ਆਈ। ਇਹ ਜੇਠ ਦੇ ਮਹੀਨੇ ਦੇ ਵਿੱਚ ਲਗਭਗ ਘੇਰਾ ਪਿਆ ਸੀ, ਮਈ ਦੇ ਮਹੀਨੇ ਦੇ ਵਿੱਚ।
ਤਾਂ ਇਹ 7 ਮਹੀਨੇ ਫਿਰ ਘੇਰਾ ਪਿਆ ਰਿਹਾ ਅਨੰਦਪੁਰ ਸਾਹਿਬ ਨੂੰ। ਖਿਆਲ ਸੀ ਇਹਨਾਂ ਦਾ ਵੀ ਘੇਰਾ ਪਾ ਕੇ ਬੈਠੇ ਰਹੀਏ, ਜਿਸ ਵੇਲੇ ਅਸਲਾ ਮੁੱਕ ਜਾਵੇਗਾ, ਜਿਸ ਵੇਲੇ ਰਾਸ਼ਨ ਪਾਣੀ ਮੁੱਕ ਜਾਵੇਗਾ ਤੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਹਵਾਲੇ ਹੋ ਜਾਣਗੇ। 7 ਮਹੀਨੇ ਤੱਕ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ। 4 ਛਪੇਰਿਓਂ, ਇੱਕ ਪਾਸੇ ਦਿੱਲੀਓਂ ਆਈ ਹੋਈ ਫੌਜ ਖਵਾਜੇ ਮਰਦੂਦ ਦੀ, ਇੱਕ ਪਾਸਿਓਂ ਲਾਹੌਰ ਦਾ ਸੂਬਾ ਜ਼ੇਰ ਦਸਤ ਖਾਂ, ਤੀਜੇ ਪਾਸਿਓਂ ਸਰਹੰਦ ਦਾ ਸੂਬਾ ਵਜ਼ੀਰ ਖਾਂ, ਚੌਥੇ ਪਾਸੇ 22 ਧਾਰ ਦੇ ਸਾਰੇ ਰਾਜੇ ਸਾਰੀ ਫੌਜ ਦੇ ਸਮੇਤ ਘੇਰਾ ਪਾ ਕੇ ਬੈਠੇ। 2.5 ਕੋਹ ਦੀ ਦੂਰੀ ਤੋਂ ਅਨੰਦਪੁਰ ਸਾਹਿਬ ਨੂੰ ਘੇਰਿਆ ਸੀ, ਨੇੜੇ ਨਹੀਂ ਸੀ ਆਉਂਦੇ। ਤੇ ਇਹਨਾਂ 7 ਮਹੀਨਿਆਂ ਦੇ ਵਿੱਚ ਝੜਪਾਂ ਵੀ ਹੁੰਦੀਆਂ ਰਹੀਆਂ। ਇੱਧਰੋਂ ਸਿੰਘ ਵੀ ਇਹਨਾਂ ਨਾਲ ਲੜਦੇ ਰਹੇ ਤੇ ਤੁਰਕਾਂ ਦੀ ਫੌਜ, ਪਹਾੜੀਆਂ ਦੀ ਫੌਜ ਵੀ ਲੜਦੀ ਰਹੀ। ਜਦੋਂ ਘੇਰਾ ਪਿਆ 10,000 ਸਿੰਘ ਇਤਿਹਾਸਕਾਰ ਕਹਿੰਦੇ ਆ ਵੀ ਅੰਦਰ ਸੀ ਉਸ ਮੌਕੇ ਤੇ ਅਨੰਦਪੁਰ ਸਾਹਿਬ ਦੇ ਵਿੱਚ 10,000। ਤੇ ਇਹਨਾਂ 7 ਮਹੀਨਿਆਂ ਦੇ ਵਿੱਚ ਸ਼ਹੀਦ ਹੁੰਦਿਆਂ ਹੁੰਦਿਆਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਲਿਖਿਆ ਵੀ 500 ਸਿੰਘ ਹੀ ਰਹਿ ਗਿਆ ਸੀ। ਅਨੰਦਪੁਰ ਸਾਹਿਬ 1761 ਬਿਕਰਮੀ ਸੰਮਤ 6 ਪੋਹ ਦੀ ਰਾਤ ਨੂੰ ਛੱਡਣ ਤੱਕ ਸਿਰਫ 500 ਸਿੰਘ ਰਹਿ ਗਿਆ ਸੀ। ਕਈਆਂ ਗੁਰਮੁਖਾਂ ਨੇ 750 ਸਿੰਘਾਂ ਦਾ ਜ਼ਿਕਰ ਕੀਤਾ ਵੀ ਇੰਨੇ ਸਿੰਘ ਰਹਿ ਗਏ ਸੀ 10,000 ਦੇ ਵਿੱਚੋਂ। ਇੰਨੀਆਂ ਸ਼ਹੀਦੀਆਂ ਹੋਈਆਂ 7 ਮਹੀਨਿਆਂ ਦੇ ਵਿੱਚ। ਫਿਰ ਇਕੱਲੇ ਸਿੰਘ ਹੀ ਨਹੀਂ ਸੀ, ਸਿੰਘਣੀਆਂ ਵੀ ਨਾਲ ਸੀ, ਬੱਚੇ ਬੱਚੀਆਂ ਵੀ ਨਾਲ ਸੀ, ਭੁਜੰਗੀ ਤੇ ਭੁਜੰਗਣਾ ਵੀ ਨਾਲ ਹੀ ਸੀ। ਕਿਉਂਕਿ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਬਾਰੇ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਤਾ ਜੀ ਅੰਦਰ ਵਾ, ਮਾਤਾ ਗੁਜਰ ਕੌਰ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਿਲ ਧਰਮ ਪਤਨੀਆਂ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅੰਦਰ ਵਾ। ਕਲਗੀਆਂ ਵਾਲੇ ਪਾਤਸ਼ਾਹ ਦੇ 4 ਸਾਹਿਬਜ਼ਾਦੇ ਅੰਦਰ ਵਾ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ। ਕੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਹੀ ਅੰਦਰ ਨਹੀਂ ਸੀ ਅਨੰਦਪੁਰ ਸਾਹਿਬ ਦੇ। ਜਿਹੜੇ ਅਨੰਦਪੁਰ ਸਾਹਿਬ ਵਿੱਚ ਸਿੱਖਾਂ ਨੂੰ ਮਹਾਰਾਜ ਨੇ ਵਸਾਇਆ, ਉਹਨਾਂ ਸਿੱਖਾਂ ਦੇ ਵੀ ਤਾਂ ਪਰਿਵਾਰ ਉੱਥੇ ਹੀ ਸੀ ਨਾ। ਉਹਨਾਂ ਸਿੱਖਾਂ ਦੇਆਂ ਵੀ ਘਰ ਵਾਲੀਆਂ ਸੀ, ਪਤਨੀਆਂ ਸੀ, ਉਹਨਾਂ ਦੇ ਬੱਚੇ ਵੀ ਸੀ। ਕੱਲੇ ਸਿੰਘ ਹੀ ਨਹੀਂ ਸੀ ਅਨੰਦਪੁਰ ਸਾਹਿਬ ਦੇ ਵਿੱਚ, ਸਿੰਘਣੀਆਂ ਵੀ ਸੀ ਤੇ ਛੋਟੇ ਛੋਟੇ ਭੁਜੰਗੀ ਵੀ ਸੀ, ਭੁਜੰਗਣਾ ਵੀ ਸੀ। ਤਾਂ ਉਹ ਪਰਿਵਾਰ ਇਹਨਾਂ 7 ਮਹੀਨਿਆਂ ਵਿੱਚ ਕਿੰਨੇ ਸਿੰਘ ਸ਼ਹੀਦ ਹੋਏ ਤੇ ਉਹਨਾਂ ਦਾ ਫਿਰ ਸੰਸਕਾਰ ਕਰਦੇ ਰਹੇ ਕਲਗੀਧਰ ਪਾਤਸ਼ਾਹ ਆਨੰਦਗੜ੍ਹ ਕਿਲੇ ਦੇ ਸਾਹਮਣੇ ਜਿਹੜਾ ਗੁਰੂ ਕਾ ਬਾਗ ਸੀ, ਉਸ ਬਾਗ ਦੇ ਵਿੱਚ ਸ਼ਹੀਦਾਂ ਦਾ ਸੰਸਕਾਰ ਕੀਤਾ ਗਿਆ। ਇਸੇ ਕਰਕੇ ਉਸ ਬਾਗ ਦਾ ਨਾਮ ਪਿਆ ਸ਼ਹੀਦੀ ਬਾਗ। ਅੱਜ ਵੀ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਉਸ ਬਾਗ ਦੇ। ਉਸ ਬਾਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਵਾਨ ਵੀ ਸਜਾਉਂਦੇ ਰਹੇ ਆ। ਪੁਰਾਣੇ ਦਰਖਤ ਉਹਦੇ ਵਿੱਚ ਭਾਵੇਂ ਬਹੁਤੇ ਨਹੀਂ, ਪਰ ਫਿਰ ਵੀ ਕੁਝ ਦਰਖਤ ਹੈਗੇ ਮਹਾਰਾਜ ਦੇ ਵੇਲੇ ਦੇ, 10ਵੇਂ ਪਾਤਸ਼ਾਹ ਦੇ ਸਮੇਂ ਦੇ। ਉਸ ਬਾਗ ਦੇ ਵਿੱਚ ਜਿੰਨੇ ਵੀ ਸਿੰਘ ਅਨੰਦਪੁਰ ਸਾਹਿਬ ਵਿੱਚ ਸ਼ਹੀਦ ਹੋਏ, ਉਸ ਬਾਗ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਕਰਕੇ ਉਸ ਬਾਗ ਨੂੰ ਸ਼ਹੀਦੀ ਬਾਗ ਕਿਹਾ ਜਾਂਦਾ ਹੈ। ਤਾਂ ਜਿਸ ਵੇਲੇ ਇਹਨਾਂ ਨੇ ਕੋਈ ਵਾਹ ਪੇਸ਼ ਨਹੀਂ ਗਈ ਤਾਂ ਫਿਰ ਕਸਮਾਂ ਖਾਧੀਆਂ। ਔਰੰਗਜ਼ੇਬ ਬਾਦਸ਼ਾਹ ਨੇ 3 ਕਸਮਾਂ ਖਾਧੀਆਂ, ਇੱਕ ਖੁਦਾ ਦੀ, ਇੱਕ ਕੁਰਾਨ ਦੀ, ਇੱਕ ਪੈਗੰਬਰ ਮੁਹੰਮਦ ਸਾਹਿਬ ਦੀ। ਤੇ ਕੁਰਾਨ ਸ਼ਰੀਫ ਭੇਜਿਆ। ਆਖਿਆ ਖਵਾਜੇ ਮਰਦੂਦ ਨੂੰ ਚਿੱਠੀ ਲਿਖ ਕੇ ਭੇਜੀ ਸੀ ਕਿ ਸੈਯਦ ਦੇ ਸਿਰ ਦੇ ਉੱਤੇ ਕੁਰਾਨ ਚੁਕਾ ਕੇ ਤੇ ਆ ਮੇਰੀ ਲਿਖਤ ਅੰਦਰ ਭੇਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ। ਉਹਦੇ ਤੇ ਲਿਖਿਆ ਸੀ ਕਸਮਾਂ ਖਾ ਕੇ ਕਿ ਮਹਾਰਾਜ ਤੁਸੀਂ ਕਿਲਾ ਛੱਡ ਕੇ ਅਨੰਦਪੁਰ ਸਾਹਿਬ ਛੱਡ ਕੇ ਇੱਧਰ ਦੱਖਣ ਵੱਲ ਨੂੰ ਆ ਜਾਓ, ਇੱਧਰ ਆਪਾਂ ਗੱਲਬਾਤ ਕਰਾਂਗੇ, ਆਪਸ ਵਿੱਚ ਮਿਲਾਂਗੇ। ਤੇ ਛਲੀਆ ਸੀ, ਮਹਾਰਾਜ ਜਾਣਦੇ ਆ ਕਪਟੀ ਆ, ਛਲੀਆ ਵਾ, ਧੋਖੇਬਾਜ਼ ਆ। ਗਰੀਬ ਨਵਾਜ਼ ਸਤਿਗੁਰਾਂ ਨੂੰ ਕੌਣ ਧੋਖਾ ਦੇ ਸਕਦਾ ਹੈ? ਮਹਾਰਾਜ ਸਾਹਿਬ ਜੀ ਜਾਣਦੇ, ਇਸ ਕਰਕੇ ਗਰੀਬ ਨਵਾਜ਼ ਸਾਹਿਬ ਜੀ ਨੇ ਉਹਨਾਂ ਦੀਆਂ ਕਸਮਾਂ ਤੇ ਇਤਬਾਰ ਨਹੀਂ ਕੀਤਾ। ਸਤਿਗੁਰੂ ਜੀ ਨੇ ਉਹਦੇ ਤੇ ਇਹ ਗੱਲ ਲਿਖੀ ਹੋਈ ਸੀ। ਇਹਨਾਂ ਨੇ 22 ਧਾਰ ਦੇ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਥਾਲੀ 'ਚ ਰੱਖੀ, ਇੱਕ ਛੁਰੀ ਵਿੱਚ ਰੱਖੀ, ਇੱਕ ਸਾਲਗ੍ਰਾਮ ਰੱਖਿਆ ਜਿਹਨੂੰ ਠਾਕੁਰ ਕਹਿੰਦੇ ਆ, ਉਹ ਵਿੱਚ ਰੱਖਿਆ। ਤੇ ਇਹਨਾਂ ਨੇ ਪੰਡਤ ਜੀ ਦੇ ਪਾਸ ਭੇਜਿਆ, ਨਾਲ ਵਕੀਲ ਗਏ, ਦੂਤ ਗਏ, ਜਿਹੜੇ ਗੱਲਬਾਤ ਕਰਦੇ ਹੁੰਦੇ ਦੋਵਾਂ ਪਾਸਾਂ ਦੀ, ਉਹ ਗਏ। ਜਾ ਕੇ ਆਖਿਆ ਜੀ 22 ਧਾਰ ਦੇ ਰਾਜੇ ਵੀ ਕਹਿੰਦੇ ਆ ਕਿ ਆਪ ਜੀ ਇੱਕ ਵਾਰੀ ਇਹ ਆਨੰਦਗੜ੍ਹ ਦਾ ਕਿਲਾ ਛੱਡ ਦੇਵੋ, ਆਨੰਦਪੁਰ ਸਾਹਿਬ ਛੱਡ ਦਿਓ, ਇਹ ਤੁਹਾਡੇ ਪਿਤਾ ਦੀ ਜ਼ਮੀਨ ਹੈ, ਤੁਹਾਡਾ ਨਗਰ ਹੈ, ਫਿਰ ਆ ਕਰਕੇ ਵਸਾ ਲਿਓ। ਮਹਾਰਾਜ ਇੰਨਾ ਸਮਾਂ ਹੋ ਗਿਆ ਹੈ। ਇਹ ਭੀਮ ਚੰਦ ਨੇ ਆਖਿਆ ਵੀ ਇੰਨਾ ਸਮਾਂ ਹੋ ਗਿਆ, ਇੱਕ ਵਾਰੀ ਤੁਸੀਂ ਖਾਲੀ ਕਰ ਦਿਓ
ਸਾਨੂੰ ਗਊ ਕਤਲ ਕਰਨ ਦੀ, ਕਿਉਂਕਿ ਛੁਰੀ ਵਿੱਚ ਰੱਖ ਕੇ ਭੇਜੀ ਸੀ ਨਾ ਆਟੇ ਦੀ ਗਾਂ ਬਣਾ ਕੇ, ਵੀ ਜਿੰਨਾ ਗਊ ਕਤਲ ਕਰਨ ਦਾ ਪਾਪ ਲੱਗਦਾ ਇੰਨਾ ਪਾਪ ਲੱਗੇ ਜੇ ਤੁਹਾਡੇ ਉੱਤੇ ਹਮਲਾ ਕਰੀਏ, ਤੁਸੀਂ ਕਿਲ੍ਹਾ ਛੱਡ ਦਿਓ। ਪਰ ਮਹਾਰਾਜ ਜਾਣਦੇ ਸੀ ਵੀ ਇਹ ਛਡਾਉਂਦੇ ਹੀ ਤਾਂ ਇਹਨਾਂ ਹਮਲਾ ਤੇ ਕਰਨਾ ਹੀ ਹੈ। ਉਸ ਤਰ੍ਹਾਂ ਇਹਨਾਂ ਦੀ ਵਾਹ ਪੇਸ਼ ਕੋਈ ਨਹੀਂ ਗਈ। ਸਿੰਘਾਂ ਨੂੰ ਪਰਖ ਕੇ ਵੀ ਵਿਖਾ ਦਿੱਤਾ ਸੀ, ਇਹਨਾਂ ਨੂੰ ਆਖਿਆ ਵੀ ਹਾਂ ਅਸੀਂ ਛੱਡ ਦਾਂਗੇ, ਪਰ ਪਹਿਲੋਂ ਗੱਡੇ ਭੇਜੋ, ਬਲਦ ਭੇਜੋ, ਜੋ ਸਾਜੋ ਸਮਾਨ ਸਾਡਾ ਖਜ਼ਾਨਾ ਅਸੀਂ ਪਹਿਲਾਂ ਤੋਰਾਂਗੇ। ਤਾਂ ਉਸ ਮੌਕੇ ਦੇ ਉੱਤੇ ਇਹਨਾਂ ਨੇ ਜਦੋਂ ਗੱਡੇ ਭੇਜੇ ਤੇ ਮਹਾਰਾਜ ਸਾਹਿਬ ਨੇ ਸਿੰਘਾਂ ਨੂੰ ਆਖਿਆ ਵੀ ਰਾਤ ਨੂੰ ਇਹਦੇ ਤੇ ਨਾ ਜੋ ਕੂੜਾ ਕਰਕਟ ਵਾ ਅਨੰਦਪੁਰ ਸਾਹਿਬ ਦੇ ਵਿੱਚ, ਪਸ਼ੂਆਂ ਦੀਆਂ, ਘੋੜਿਆਂ ਦੀ ਲਿੱਦ, ਹੋਰ ਪਸ਼ੂਆਂ ਦਾ ਗੋਹਾ ਆਦਿਕ, ਉਹ ਲੱਦ ਦਿਓ। ਜਿਹੜੇ ਪਸ਼ੂ ਮਰੇ ਸੀ ਉਹਨਾਂ ਦੇ ਹੱਡ ਚੰਮ ਵਿੱਚ ਲੱਦ ਦਿਓ, ਭਰ ਦਿਓ ਗੱਡਿਆਂ ਦੇ ਉੱਤੇ। ਇਸੇ ਤਰ੍ਹਾਂ ਰੋੜ ਠੀਕਰੀਆਂ ਭਰ ਦਿਓ, ਟੁੱਟੇ ਹੋਏ ਜੋੜੇ ਭਰ ਦਿਓ, ਟੁੱਟੀਆਂ ਕਾਠੀਆਂ ਭਰ ਦਿਓ, ਫਟੇ ਪੁਰਾਣੇ ਕੱਪੜੇ ਉੱਤੇ ਲੱਦ ਦਿਓ ਤੇ ਉੱਤੇ ਵਧੀਆ ਬਸਤਰ ਚਮਕਦਾ ਹੋਇਆ ਪਾ ਦਿਓ। ਜਦੋਂ ਸਭ ਕੁਝ ਭਰ ਕੇ ਉਹ ਗੋਨਾਂ ਵਿੱਚ, ਛੱਟਾਂ ਦੇ ਵਿੱਚ ਤੇ ਉੱਤੇ ਚਮਕਣ ਵਾਲਾ ਜਿਹੜਾ ਬਸਤਰ ਸੀ ਉਹ ਪਾ ਦਿੱਤਾ ਤੇ ਮਸਾਲਾਂ ਬਾਲ ਕਰਕੇ ਤੇ ਉਹ ਬਲਦਾਂ ਦੇ ਸਿੰਗਾਂ ਨਾਲ ਬੰਨੀਆਂ ਤੇ ਜਦੋਂ ਤੋਰੇ ਤੇ ਰਾਤ ਦੇ ਹਨੇਰੇ ਦੇ ਵਿੱਚ ਮਹਾਰਾਜ ਕਹਿੰਦੇ ਆਨੰਦਗੜ੍ਹ ਦੇ ਕਿਲੇ ਉੱਤੇ ਚੜ੍ਹ ਕੇ ਉੱਤੇ ਫਿਰ ਸਾਧ ਸੰਗਤ ਜੀ ਬੰਦੂਕਾਂ ਉਧਰ ਨੂੰ ਕੱਸੀਆਂ, ਮਹਾਰਾਜ ਆਪ ਕਿਲੇ ਦੇ ਉੱਤੇ ਚੜ੍ਹੇ। ਕਹਿਣ ਲੱਗੇ ਸਿੰਘੋ ਨੂੰ ਵੇਖਿਓ ਇਹਨਾਂ ਨੇ ਲੁੱਟਣ ਪੈਣਾ ਜੀ। ਤੇ ਰਾਤ ਦੇ ਹਨੇਰੇ 'ਚ ਫਿਰ ਲੁੱਟਣ ਪੈ ਗਏ ਸਾਰੇ, ਵੀ ਗੁਰੂ ਕਾ ਖਜ਼ਾਨਾ ਜਾ ਰਿਹਾ। ਤੇ ਆਪਸ ਵਿੱਚ ਵੀ ਲੜ ਪਏ ਵੀ ਜਿੰਨੇ ਗੱਡਾ ਫੜਿਆ, ਜਿੰਨੇ ਛੱਟ ਲਈ, ਉਹ ਕਹਿੰਦਾ ਮੈਂ ਲੁੱਟਿਆ ਖਜ਼ਾਨਾ, ਮੇਰਾ, ਇਹ ਮੇਰਾ। ਸਿਪਾਹੀ ਆਪਸ ਵਿੱਚ ਲੜੇ ਤਾਂ ਉਹ ਤੰਬੂਆਂ 'ਚ ਜਾ ਕੇ ਰੱਖ ਲਿਆ। ਦਿਨ ਚੜ੍ਹੇ ਜਦੋਂ ਵੇਖਿਆ ਸੀ, ਇਹ ਅੱਜ ਤੋਂ ਕੁਝ ਦਿਨ ਪਹਿਲਾਂ, 2-4 ਦਿਨ ਪਹਿਲਾਂ ਦੀ ਘਟਨਾ ਸੀ। ਤੇ ਜਦੋਂ ਵੇਖਿਆ ਸੀ ਦਿਨੇ ਖੋਲ੍ਹ ਕੇ, ਸਿਪਾਹੀਆਂ ਨੂੰ ਪਿਛਾਂਹ ਕਰ ਕਰਕੇ ਜਿਹੜੇ ਵੱਡੇ ਅਫਸਰ ਸੀ ਉਹ ਖੋਲ੍ਹਣ ਲੱਗੇ ਵੀ ਖਜ਼ਾਨਾ ਸਾਨੂੰ ਮਿਲ ਜੇ, ਸੋਨਾ ਚਾਂਦੀ, ਹੀਰੇ ਮੋਤੀ, ਰੁਪਈਏ ਸਾਨੂੰ ਮਿਲ ਜਾਣ। ਜਦੋਂ ਖੋਲ੍ਹ ਕੇ ਵੇਖਿਆ ਤੇ ਘੋੜਿਆਂ ਦੀ ਲਿੱਦ ਨਿਕਲੀ। ਖੋਲ੍ਹ ਕੇ ਵੇਖਿਆ ਤੇ ਵਿੱਚੋਂ ਛਿੱਤਰ ਨਿਕਲੇ, ਟੁੱਟੀਆਂ ਕਾਠੀਆਂ ਨਿਕਲੀਆਂ। ਬੜੇ ਸ਼ਰਮਿੰਦੇ ਹੋਏ। ਉਹ ਜਿੰਨਾ ਸਿਪਾਹੀਆਂ ਨੇ ਰਾਤ ਲੁੱਟਿਆ ਸੀ ਨਾ, ਉਹਨਾਂ ਨੂੰ ਤੇ ਖੋਲ੍ਹਣ ਹੀ ਨਹੀਂ ਦਿੱਤਾ ਸੀ। ਵੱਡੇ ਅਫਸਰਾਂ ਦਾ ਇਰਾਦਾ ਸੀ ਵੀ ਸਾਨੂੰ ਹੀ ਮਿਲ ਜਾਵੇ ਸਾਰਾ ਖਜ਼ਾਨਾ। ਤੇ ਉਹ ਫਿਰ ਸਿਪਾਹੀ ਵੀ ਕਹਿੰਦੇ ਸੁਣਾਓ, ਲੈ ਲਿਆ ਖਜ਼ਾਨਾ? ਵੀ ਉਹਨਾਂ ਨੂੰ ਤਾਂ ਪਿਛਾਂਹ ਕਰਦੇ ਸੀ ਨਾ। ਮਹਾਰਾਜ ਨੇ ਪਰਖ ਕੇ ਵਿਖਾਇਆ ਸਿੰਘਾਂ ਨੂੰ। ਤੋ ਇਸ ਤਰੀਕੇ ਦੇ ਨਾਲ ਫਿਰ ਜਦੋਂ ਇਹਨਾਂ ਨੇ ਦੋਹਰੀ ਵਾਰ ਫਿਰ ਮਾਫੀ ਵੀ ਮੰਗੀ ਵੀ ਮਹਾਰਾਜ ਅਸੀਂ ਨਹੀਂ, ਇਹ ਤੁਹਾਡੇ ਖਜ਼ਾਨੇ ਨੂੰ ਅਸੀਂ ਨਹੀਂ ਸੀ ਲੁੱਟਣ ਪਏ, ਇਹ ਤਾਂ ਬਲਦਾਂ ਵਾਲੇ ਹੀ ਪੈ ਗਏ ਸੀ। ਫਿਰ ਇਹ ਝੂਠ ਬੋਲਣ ਲੱਗ ਪਏ। ਫਿਰ ਆਖਿਆ ਵੀ ਅਸੀਂ ਕਸਮਾਂ ਖਾਂਦੇ ਹਾਂ ਤੇ ਮਹਾਰਾਜ ਤੁਸੀਂ ਕਿਲ੍ਹਾ ਛੱਡੋ। ਫਿਰ ਸਿੰਘਾਂ ਨੇ ਵੀ ਬਹੁਤੀਆਂ ਬੇਨਤੀਆਂ ਕੀਤੀਆਂ, ਕਿਉਂਕਿ ਭੁੱਖ ਦਾ ਵੀ ਦੁੱਖ ਸੀ, ਰਾਸ਼ਨ ਸਭ ਮੁੱਕ ਚੁੱਕਾ ਸੀ। ਤੇ ਫਿਰ ਮਾਤਾ ਜੀ ਨੂੰ ਸਿੰਘਾਂ ਨੇ ਬੇਨਤੀਆਂ ਕੀਤੀਆਂ, ਮਾਤਾ ਜੀ ਨੇ ਵੀ ਆਖਿਆ। ਫਿਰ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਵੀ ਜੇ ਭਾਈ ਤੁਸੀਂ ਜਾਣਾ ਚਾਹੁੰਦੇ ਹੋ ਤੇ ਬਦਾਵਾ ਲਿਖ ਕੇ ਜਾਓ। ਉੱਥੇ ਬਦਾਵਾ ਲਿਖਿਆ ਗਿਆ, ਪਰ ਲਿਖਣ ਨੂੰ ਜੀ ਨਹੀਂ ਸੀ ਕਰਦਾ। ਸਿੰਘਾਂ ਦੇ ਮਨ ਭਰੇ ਹੋਏ ਸੀ ਲਿਖਣ ਤੋਂ ਪਹਿਲਾਂ। ਭਾਵੇਂ ਪ੍ਰਾਣ ਇੱਥੋਂ ਤੀਕ ਮੁਸੀਬਤ ਬਣ ਗਈ ਸੀ ਵੀ ਭੁੱਖ ਦਾ ਦੁੱਖ ਇੰਨਾ ਸੀ, ਜਰਿਆ ਨਹੀਂ ਸੀ ਜਾਂਦਾ। ਕਿਉਂਕਿ ਇੱਕ ਦਿਨ ਰੋਟੀ ਨਾ ਮਿਲੇ, 2 ਦਿਨ ਨਾ ਮਿਲੇ ਤੇ ਕੀ ਹਾਲ ਹੁੰਦਾ ਉਹਨਾਂ ਨੂੰ। ਤੇ ਕਈ ਦਿਨਾਂ ਤੋਂ, ਮਹੀਨਿਆਂ ਤੋਂ ਇਸ ਤਰੀਕੇ ਦੇ ਨਾਲ ਉਹ ਕੜਾਕਾ ਕੱਟ ਰਹੇ ਸਨ, ਭੁੱਖ ਦਾ ਦੁੱਖ ਕੱਟ ਰਹੇ ਸੀ। ਫਿਰ ਜਿਸ ਵੇਲੇ ਉਹ ਬਦਾਵਾ ਸਲਾਹ ਕੀਤੀ, ਕਈਆਂ ਨੇ ਆਖਿਆ ਵੀ ਨਾ ਲਿਖੀਏ, ਉਂਝ ਹੀ ਚਲੇ ਜਾਈਏ। ਕਈਆਂ ਨੇ ਆਖਿਆ ਵੀ ਨਹੀਂ, ਮਹਾਰਾਜ ਦਾ ਬਚਨ ਹੁਣ ਲਿਖ ਕੇ ਜਾਣਾ ਪਵੇਗਾ। ਬਦਾਵੇ ਦਾ ਮਤਲਬ ਵੀ ਸਾਡਾ ਗੁਰੂ ਸਾਹਿਬ ਤੇ ਕੋਈ ਦਾਵਾ ਨਹੀਂ, ਵੀ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਇਹ ਬਚਨ ਲਿਖਣਾ। ਪਰ ਲਿਖਦਿਆਂ ਹੱਥ ਕੰਬਦੇ ਸੀ। ਉਹ ਇੱਕ ਬੰਨੇ ਦੁੱਖ ਇੰਨਾ ਵੱਡਾ ਸੀ, ਇੰਨੀ ਮੁਸੀਬਤ ਵਿੱਚ ਬਦਾਵਾ ਲਿਖਿਆ ਗਿਆ। ਜਦੋਂ ਲਿਖ ਦਿੱਤਾ, ਕੁਝ ਸਿੰਘਾਂ ਨੇ ਨਹੀਂ ਲਿਖਿਆ। ਮਹਾਰਾਜ ਕਹਿੰਦੇ ਸਿੰਘੋ ਤੁਸੀਂ ਨਹੀਂ ਲਿਖਿਆ। ਉਹ ਕਹਿਣ ਲੱਗੇ ਮਹਾਰਾਜ ਭਾਵੇਂ ਸਰੀਰ ਬਚੇ ਚਾਹੇ ਨਾ ਬਚੇ, ਭਾਵੇਂ ਪ੍ਰਾਣ ਰਹਿਣ ਚਾਹੇ ਨਾ ਰਹਿਣ, ਅਸੀਂ ਆਪ ਜੀ ਦਾ ਸਾਥ ਨਹੀਂ ਛੱਡਣਾ, ਅਸੀਂ ਤੇ ਨਾਲ ਹੀ ਰਵਾਂਗੇ। ਫਿਰ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਹੁਣ ਕਿਲ੍ਹਾ ਛੱਡ ਦਿਓ। ਇਕੱਠੇ ਇਹ ਨਹੀਂ ਵੀ ਬਦਾਵੇ ਲਿਖਣ ਵਾਲੇ ਉਹ ਪਹਿਲੋਂ ਉੱਥੇ ਆ ਗਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਇਸ ਤਰ੍ਹਾਂ ਹੀ ਲਿਖਿਆ, ਜਦੋਂ ਬਦਾਵਾ ਲਿਖਿਆ ਗਿਆ ਤੇ ਜਿਨ੍ਹਾਂ ਨਹੀਂ ਲਿਖਿਆ ਤੇ ਫਿਰ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਵੀ ਸਿੰਘੋ ਸਾਰੇ ਤਿਆਰੀ ਕਰੋ, ਹੁਣ ਕਿਲ੍ਹਾ ਛੱਡੀਏ। ਫਿਰ ਅੱਜ ਦੀ ਰਾਤ ਜਿਹੜਾ ਲੰਘੀ ਹੈ ਰਾਤ, 6 ਪੋਹ ਦੀ ਰਾਤ ਨੂੰ, ਤੇ ਮਹਾਰਾਜ ਨੇ ਛੱਡਣ ਤੋਂ ਪਹਿਲਾਂ ਕੀ ਕੀਤਾ ਵੀ ਜਿੰਨਾ ਖਜ਼ਾਨਾ ਸੀ ਨਾ, ਕਿਉਂਕਿ ਖਜ਼ਾਨੇ ਦੇ ਢੇਰ ਲੱਗੇ ਸੀ, ਕਈਆਂ ਸਾਲਾਂ ਦਾ ਸੀ, ਕਿੰਨੇ ਸੰਗਤ ਨੇ ਮਾਇਆ ਭੇਟ ਕੀਤੀ, ਕਿੰਨੇ ਬਸਤਰ ਭੇਟ ਕੀਤੇ,
ਉੱਥੇ ਤਾਂ 2.5 ਲੱਖ ਦਾ ਤੰਬੂ ਵੀ ਸੀ ਮਹਾਰਾਜ ਦਾ, ਜੋ ਸੰਗਤ ਨੇ ਭੇਟ ਕੀਤਾ ਸੀ। ਉਹਨਾਂ ਦਿਨਾਂ 'ਚ 2.5 ਲੱਖ ਦਾ, ਅੱਜ ਦੇ ਅਰਬਾਂ ਖਰਬਾਂ ਵਰਗਾ। ਸਤਿਗੁਰੂ ਕਹਿੰਦੇ ਜਿਹੜੀਆਂ ਵਸਤੂਆਂ ਤੇ ਸਾੜਨ ਵਾਲੀਆਂ ਵਾ ਸਿੰਘੋ ਇਕੱਠੀਆਂ ਕਰਕੇ ਅੱਗ ਲਾ ਦਿਓ, ਆਪਾਂ ਜਾਣਾ ਵਾ ਮਗਰੋਂ ਤੁਰਕਤ ਨਾ ਲੁੱਟਣ। 2.5 ਲੱਖ ਦੇ ਤੰਬੂਆਂ ਨੂੰ ਅੱਗਾਂ ਲੱਗੀਆਂ ਉੱਥੇ, ਉਹ ਇਕੱਠੇ ਕਰਕੇ ਅੱਗ ਲਾ ਕੇ ਬਸਤਰ ਸਾੜ ਦਿੱਤੇ ਗਏ, ਤੰਬੂ ਸਾੜ ਦਿੱਤੇ ਗਏ, ਗਿਲਮ ਗਲੀਚੇ ਸਾੜ ਦਿੱਤੇ ਗਏ ਸਭ। ਫਿਰ ਜਿੰਨਾ ਸੀ ਦੌਲਤ ਸੀ, ਸੋਨਾ ਚਾਂਦੀ ਸੀ, ਸੰਗਤ ਵੱਲੋਂ ਭੇਟ ਕੀਤਾ ਮਹਾਰਾਜ ਨੂੰ। ਸਤਿਗੁਰੂ ਕਹਿੰਦੇ ਸਤਲੁਜ ਦਰਿਆ ਵਿੱਚ ਸੁੱਟ ਦਈਏ ਸਾਰਾ, ਉਹਦੇ ਵਿੱਚ ਰੱਖ ਦਿੱਤਾ ਗਿਆ। ਮਾਤਾ ਜੀ ਨੇ ਆਖਿਆ ਵੀ ਇਹ ਮਾਇਆ ਸਿੰਘਾਂ ਨੂੰ ਵੰਡ ਦਿਓ, ਦਰਿਆ 'ਚ ਕਿਉਂ ਸਟਾਉਂਦੇ ਹੋ? ਇਤਿਹਾਸ ਵਿੱਚ ਲਿਖਿਆ। ਕਹਿਣ ਲੱਗੇ ਮਾਤਾ ਜੀ ਇਹ ਜ਼ਹਿਰ ਹੈ, ਇਹ ਸੇਵਾ ਵਿੱਚ ਲੱਗੇ ਤਾਂ ਹੀ ਸਫਲੀ ਹੈ, ਜੇ ਇਸ ਤਰ੍ਹਾਂ ਸਿੰਘਾਂ ਨੂੰ ਦਈਏ ਤੇ ਇਹ ਜ਼ਹਿਰ ਦਾ ਕੰਮ ਕਰਦੀ ਹੈ, ਇਸ ਕਰਕੇ ਇਹ ਸਤਲੁਜ ਵਿੱਚ ਸਟਾਉਣੀ ਹੈ। ਸਤਲੁਜ ਵਿੱਚ ਸਟਾਈ ਗਈ ਉਸ ਮੌਕੇ 'ਤੇ। ਬਾਕੀ ਰਹਿ ਕੇ ਕੁਝ ਹੋਰ ਵਸਤੂਆਂ। ਸਤਿਗੁਰੂ ਕਹਿੰਦੇ ਮਿੱਟੀ ਦੇ ਵਿੱਚ ਡੂੰਘੇ ਟੋਏ ਪੁੱਟ ਕੇ ਨੱਪ ਦਿਓ। ਐਸਾ ਲਿਖਿਆ ਇਤਿਹਾਸ ਵਿੱਚ, ਜਿਹੜੇ ਜਿਵੇਂ ਭਾਂਡੇ ਆਦਿਕ ਜਾਂ ਹੋਰ ਕੁਝ ਵਸਤੂਆਂ ਸੀ, ਉਹ ਡੂੰਘੇ ਟੋਏ ਪੁੱਟ ਕੇ ਤੇ ਫਿਰ ਨਪਾਈਆਂ ਮਹਾਰਾਜ ਸਾਹਿਬ ਜੀ ਨੇ। ਕਹਿੰਦੇ ਵੀ ਹੁਣ ਇਹਦੀ ਲਿਖਤ ਕਰੋ। ਸਿੰਘ ਕਹਿੰਦੇ ਮਹਾਰਾਜ ਲਿਖਤ ਕੀ ਕਰਨੀ ਆ? ਕਹਿੰਦੇ ਦਫ਼ਤਰ ਵਿੱਚ ਚਾੜੋ, ਕਾਗਜ਼ਾਈ ਕਾਰਵਾਈ ਜਿਵੇਂ ਅੱਜ ਕੱਲ੍ਹ ਕੀਤੀ ਜਾਂਦੀ ਨਾ, ਕਿੰਨਾ ਕੁਝ ਆਇਆ, ਕਿੰਨਾ ਕੁਝ ਖਰਚ ਹੋਇਆ, ਰਜਿਸਟਰ 'ਤੇ ਚਾੜਿਆ ਜਾਂਦਾ ਨਾ ਸਾਰਾ। ਮਹਾਰਾਜ ਕਹਿੰਦੇ ਲਿਖੋ, ਇਹ ਲਿਖਤ ਕਰੋ। ਕਹਿੰਦੇ ਮਹਾਰਾਜ ਕਿਹਦੇ ਨਾਲ ਲਿਖਤ ਕਰੀਏ? ਕਹਿੰਦੇ ਜਿਹੜਾ ਦਰਿਆ 'ਚ ਪਾਇਆ ਦਰਿਆ ਦੇ ਨਾਂ ਲਿਖ ਦਿਓ, ਜਿਹੜਾ ਮਿੱਟੀ 'ਚ ਦੱਬਿਆ ਮਿੱਟੀ ਦੇ ਨਾਂ ਲਿਖ ਦਿਓ, ਜਿਹੜਾ ਅੱਗ ਵਿੱਚ ਪਾ ਕੇ ਸਾੜਿਆ ਖਜ਼ਾਨਾ ਅੱਗ ਦੇ ਨਾਂ ਲਿਖ ਦਿਓ। ਇਹ ਲਿਖਾਇਆ ਗਿਆ, ਇਤਿਹਾਸ ਵਿੱਚ ਲਿਖਿਆ ਇਹ ਬਚਨ। ਤੇ ਫਿਰ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਵਹੀਰ ਨੂੰ ਤੋਰਿਆ, ਮਾਤਾ ਜੀ ਨੂੰ ਨਾਲ, ਮਾਤਾ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦੇ ਆ, ਤੇ ਨਾਲ ਬਾਕੀ ਜਿੰਨੇ ਸਿੰਘ ਸਿੰਘਣੀਆਂ ਜਿੰਨਾ ਵਾ ਸਾਰੇ ਦਲ, ਉਹ ਸਾਰੇ ਦਲ ਵਹੀਰ ਨੂੰ ਤੋਰਿਆ। ਤੇ ਤਿਆਰ ਬਰ ਤਿਆਰ ਜਿਹੜੇ ਸਿੰਘ ਹਨ ਉਹਨਾਂ ਨੂੰ ਫਿਰ ਮਹਾਰਾਜ ਨੇ ਜਿੰਨੇ ਸ਼ਸਤਰ ਸੀ ਉਹ ਵੰਡੇ। ਤੇ ਇਹ ਲਿਖਿਆ ਇਤਿਹਾਸ ਵਿੱਚ ਵੀ ਜਿੰਨੇ ਕੋਈ ਸਿੰਘ ਸ਼ਸਤਰ ਚੁੱਕ ਸਕਦਾ ਸੀ, ਉਹਨੇ ਆਪਣੇ ਸਰੀਰ ਤੇ ਸ਼ਸਤਰ ਧਾਰਨ ਕੀਤੇ। ਬੰਦੂਕਾਂ ਲਈਆਂ, ਤੀਰ ਕਮਾਨ ਲਏ, ਬਰਛੇ ਲਏ, ਢਾਲੇ ਲਏ, ਪੇਸ਼ ਕਬਜ਼ ਲਏ, ਕਟਾਰਾਂ ਲਈਆਂ, ਵੀ ਐ ਲੱਦੇ ਹੋਏ ਸੀ ਸ਼ਸਤਰਾਂ ਦੇ ਨਾਲ। ਭੁੱਖ ਦੇ ਦੁੱਖ ਕਰਕੇ ਮਹੀਨਿਆਂ ਤੋਂ ਤੰਗ, ਰੁਪਈਏ ਨਹੀਂ ਚੁੱਕੇ, ਕੱਪੜੇ ਨਹੀਂ ਚੁੱਕੇ, ਕੁਝ ਖਜ਼ਾਨਾ ਨਹੀਂ ਚੁੱਕਿਆ। ਜਾਂ ਇਤਿਹਾਸ ਸੀ, ਇਤਿਹਾਸ ਦੇ ਗ੍ਰੰਥ ਸੀ ਸਿੰਘਾਂ ਕੋਲੇ, ਜਿਹੜੇ ਕਵੀਆਂ ਦੀ ਰਚਨਾ ਸੀ, ਤੇ ਜਾਂ ਸਾਧ ਸੰਗਤ ਜੀ ਕੁਝ ਬਾਣੀ ਦਾ ਖਜ਼ਾਨਾ, ਇਤਿਹਾਸ ਦੇ ਗ੍ਰੰਥ, ਤੇ ਜਾਂ ਫਿਰ ਹਥਿਆਰ ਚੁੱਕੇ ਸੀ ਸਿੰਘਾਂ ਨੇ, ਹੋਰ ਨਹੀਂ ਕੁਝ ਵੀ ਚੁੱਕਿਆ। ਤੇ ਮਹਾਰਾਜ ਸਾਹਿਬ ਜੀ ਕੁਝ ਸਿੰਘਾਂ ਸਮੇਤ ਫਿਰ ਗਰੀਬ ਨਵਾਜ ਉਸ ਥਾਂ ਤੇ ਆਏ ਜਿੱਥੇ ਗੁਰਦੁਆਰਾ ਸੀਸ ਗੰਜ ਸਾਹਿਬ ਸੋਭਾ ਪਾਉਂਦਾ, ਜਿੱਥੇ ਪਿਤਾ ਜੀ ਦੇ ਸੀਸ ਦਾ ਬਚਪਨ ਵਿੱਚ ਆਪਣੇ ਹੱਥੀਂ ਸੰਸਕਾਰ ਕੀਤਾ ਸੀ ਪਾਤਸ਼ਾਹ ਨੇ, ਨਾਵੇਂ ਪਾਤਸ਼ਾਹੀ ਦੇ ਪਵਿੱਤਰ ਸੀਸ ਦਾ। ਉੱਥੇ ਆ ਕੇ ਅਰਦਾਸ ਕੀਤੀ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ, ਕਿਉਂਕਿ ਆਨੰਦਪੁਰ ਸਾਹਿਬ ਵਿੱਚ ਰਹਿੰਦਿਆਂ ਹੋਇਆਂ ਰੋਜ਼ ਮਹਾਰਾਜ ਉੱਥੇ ਨਮਸਕਾਰ ਕਰਦੇ ਹੁੰਦੇ ਸੀ, ਮੱਥਾ ਟੇਕਦੇ ਸੀ, ਉਸ ਸਥਾਨ ਦੀਆਂ ਪਰਿਕਰਮਾ ਕਰਿਆ ਕਰਦੇ ਸਨ। ਹੁਣ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਵੀ ਉਸ ਸਥਾਨ 'ਤੇ ਮਹਾਰਾਜ ਸਾਹਿਬ ਜੀ ਨੇ ਨਮਸਕਾਰ ਕੀਤੀ। ਫਿਰ ਕਹਿਣ ਲੱਗੇ ਉੱਚੀ ਆਵਾਜ਼ ਵਿੱਚ, ਕੋਈ ਸਾਧੂ ਹੈ ਜਿਹੜਾ ਇਸ ਸਥਾਨ ਦੀ ਸੇਵਾ ਸੰਭਾਲੇ? ਕੋਈ ਨਹੀਂ ਬੋਲਿਆ। ਫਿਰ ਬਚਨ ਕੀਤਾ, ਕੋਈ ਸਾਧੂ ਹੈ ਪਿਤਾ ਜੀ ਦੇ ਸਥਾਨ ਦੀ ਸੇਵਾ ਕਰੇ? ਫਿਰ ਕੋਈ ਨਹੀਂ ਬੋਲਿਆ। ਤੀਜੀ ਵਾਰੀ ਬਚਨ ਕੀਤਾ, ਨਹੀਂ ਕੋਈ ਬੋਲਿਆ। ਤੇ ਇਤਿਹਾਸ ਕਹਿੰਦਾ ਸਾਹਮਣੇ ਉਦਾਸੀ ਸਾਧੂ ਭਾਈ ਗੁਰਬਖਸ਼ ਜੀ ਖਲੋਤੇ ਸਨ ਤੇ ਕਹਿਣ ਲੱਗੇ, ਭਾਈ ਗੁਰਬਖਸ਼ ਜੀ, ਪਿਤਾ ਜੀ ਦੇ ਅਸਥਾਨ ਤੇ ਤੁਸੀਂ ਸੇਵਾ ਕਰੋ। ਕਿਉਂਕਿ ਡਰਦੇ ਸੀ ਕੌਣ ਸੇਵਾ ਉੱਥੇ ਸੰਭਾਲੇ। ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਣਾ, ਸਾਰਿਆਂ ਨੇ ਨਾਲ ਛੱਡਣਾ ਹੈ, ਅੱਗੇ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ। ਫਿਰ ਇੱਥੇ ਕੋਈ ਨਹੀਂ ਰਹਿਣਾ ਅਨੰਦਪੁਰ ਸਾਹਿਬ ਦੇ ਵਿੱਚ, ਅਨੰਦਪੁਰ ਸਾਹਿਬ ਖਾਲੀ ਹੋ ਜਾਣਾ, ਤੇ ਮਗਰ ਇਕੱਲਾ ਉੱਥੇ ਕੌਣ ਸੇਵਾ ਕਰੇ? ਮਗਰੋਂ ਕਿਹੜਾ ਵੀ ਉੱਥੇ ਕਿਸੇ ਨੇ ਆਉਣਾ ਨਹੀਂ। ਫਿਰ ਸਿਪਾਹੀਆਂ ਨੇ ਆਉਣਾ, ਪਹਾੜੀਆਂ ਨੇ ਆਉਣਾ, ਤੁਰਕਾਂ ਦੀ ਫੌਜ ਨੇ ਆਉਣਾ, ਤੇ ਉਹ ਉਜਾੜਨਾ ਉਹਨਾਂ ਨੇ ਥਾਂ, ਤੇ ਜਿਹੜਾ ਉੱਥੇ ਹੋਊਗਾ ਉਹਨੂੰ ਉਹ ਛੱਡਣਗੇ। ਭਾਈ ਗੁਰਬਖਸ਼ ਜੀ ਉਹਨਾਂ ਦੇ ਨਾਲ, ਉਹਨਾਂ ਦੇ ਮੁਰਸ਼ਿਦ ਸਾਧੂ ਸਨ, ਉਦਾਸੀ ਮਹਾਂਪੁਰਖ। ਉਹ ਕਹਿਣ ਲੱਗੇ ਵੀ ਮਹਾਰਾਜ ਇੱਥੇ ਰਹਿ ਤਾਂ ਪਵੇਗਾ ਇਹ, ਪਰ ਇਹ ਖਾਣ ਨੂੰ ਇਹਨੂੰ ਕਿੱਥੋਂ ਮਿਲੇਗਾ, ਇਹਦਾ ਗੁਜ਼ਾਰਾ ਕਿਵੇਂ ਹੋਵੇਗਾ? ਫਿਰ ਇੱਥੇ ਮਹਾਰਾਜ ਇਹ ਪਹਾੜੀਏ ਚੜ੍ਹ ਕੇ ਆਉਣਗੇ, ਇਹਦੀ ਰਾਖੀ ਕੌਣ ਕਰੇਗਾ? ਤੇ ਕਲਗੀਧਰ ਪਾਤਸ਼ਾਹ ਨੇ ਆਖਿਆ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ,
ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ, ਇੱਥੇ ਕੋਈ ਕਮੀ ਨਹੀਂ ਆਵੇਗੀ। ਰਹੀ ਰਾਖੀ ਦੀ ਗੱਲ, ਇਹਦੀ ਰਾਖੀ ਅਸੀਂ ਆਪ ਕਰਾਂਗੇ। ਮਹਾਰਾਜ ਕਹਿੰਦੇ ਸਾਡੇ ਭਰੋਸੇ ਤੇ ਇੱਥੇ ਬਹਿ, ਝਾੜੂ ਫੇਰਿਆ ਕਰੀ, ਰੋਜ਼ ਦੀਵਾ ਬੱਤੀ ਕਰਿਆ ਕਰੀ ਇਸ ਸਥਾਨ ਤੇ, ਅਸੀਂ ਰਾਖੀ ਕਰਾਂਗੇ। ਉਹਨੇ 7 ਵਚਨ ਕਹਿ ਕੇ ਉੱਥੋਂ ਦੀ ਸੇਵਾ ਸੰਭਾਲੀ ਭਾਈ ਗੁਰਬਖਸ਼ ਜੀ ਨੇ। ਤੇ ਮਹਾਰਾਜ ਸਾਹਿਬ ਜੀ ਨੇ ਉੱਥੇ ਸੇਵਾ ਲਾ ਕੇ ਵੀ ਬਚਨ ਕੀਤਾ ਵੀ ਸਵੇਰੇ ਸ਼ਾਮੀ ਜਦੋਂ ਇਸ ਸਥਾਨ ਦੇ ਉੱਤੇ ਦੀਵਾਨ ਸਜਾਇਆ ਕਰੋਗੇ ਨਾ, ਨਾਮ ਜਪੋਗੇ, ਬਾਣੀ ਪੜ੍ਹੋਗੇ, ਤੇ ਸਾਡੇ ਦੀਦਾਰ ਵੀ ਹੋਇਆ ਕਰਨਗੇ ਸੰਗਤ ਦੇ ਵਿੱਚ ਸਵੇਰ ਸ਼ਾਮ ਨੂੰ। ਇਹ ਬਚਨ ਇਤਿਹਾਸ ਵਿੱਚ ਆਉਂਦਾ ਹੈ। ਫਿਰ ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਆਨੰਦਪੁਰ ਸਾਹਿਬ ਛੱਡਦੇ ਅੱਜ ਦੀ ਰਾਤ ਨੂੰ, ਬੀਤ ਚੁੱਕੀ ਰਾਤ 6 ਪੋਹ ਦੀ ਰਾਤ। ਤਾਂ ਜਦੋਂ ਆਨੰਦਪੁਰ ਸਾਹਿਬ ਛੱਡਿਆ ਗਿਆ, ਕੋਈ ਦੂਰੀ ਤੇ ਗਏ ਤੇ ਖਵਾਜੇ ਮਰਦੂਦ ਨੇ ਵੇਖਿਆ ਵੀ ਕਿਲੇ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ। ਘੋੜ ਸਵਾਰ ਭੇਜੇ ਇੱਧਰ ਨੂੰ, ਆ ਕੇ ਵੇਖਿਆ ਕਿਲਾ ਖਾਲੀ ਹੈ। ਫਿਰ ਉਹਨੇ ਬਾਕੀ ਸਾਰਿਆਂ ਨੂੰ ਦੱਸਿਆ, ਭੀਮ ਚੰਦ ਨੂੰ ਦੱਸਿਆ, ਵਜ਼ੀਰ ਖਾਨ ਨੂੰ ਦੱਸਿਆ, ਜ਼ੇਰ ਦਸਤ ਖਾਨ ਨੂੰ ਦੱਸਿਆ ਵੀ ਕੀ ਕਰਦੇ ਹੋ? ਗੁਰੂ ਗੋਬਿੰਦ ਸਿੰਘ ਕਿਲਾ ਛੱਡ ਕੇ ਚਲੇ ਗਏ ਆ। ਫੌਜਾਂ ਮਗਰ ਦੌੜੀਆਂ। ਅਗਲੇ ਪਾਸੇ ਗੁਰੂ ਕਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਆਪਣੇ ਜਥੇ ਸਮੇਤ ਆ ਰਹੇ। ਇਹਨਾਂ ਤੁਰਕਾਂ ਦਾ ਵੀ ਇਹਨਾਂ ਤੇ ਕਸਮਾਂ ਖਾਧੀਆਂ ਸੀ। ਉਹ ਗੱਲ ਹੋਈ ਜੋ ਪਿਤਾ ਜੀ ਕਹਿ ਰਹੇ ਸਨ। ਸਾਰੇ ਸਿੰਘ ਵੀ ਹੈਰਾਨ ਹੋਏ ਵੀ ਇਹਨਾਂ ਨੇ ਕਸਮਾਂ ਖਾਧੀਆਂ ਸੀ, ਕਸਮਾਂ ਤੋੜ ਦਿੱਤੀਆਂ ਤੁਰਕਾਂ ਨੇ ਵੀ, ਪਹਾੜੀਆਂ ਨੇ ਵੀ। ਹਮਲਾ ਫਿਰ ਮੁਕਾਬਲਾ ਹੋਣ ਲੱਗਾ ਅੱਜ ਦੀ ਰਾਤ। ਬਾਬਾ ਅਜੀਤ ਸਿੰਘ ਜੀ ਮੁਕਾਬਲਾ ਕਰ ਰਹੇ। ਸਤਿਗੁਰੂ ਕੁਝ ਕੋਹਾਂ ਦੀ ਦੂਰੀ ਤੇ ਅੱਗੇ ਨਿਕਲ ਗਏ। ਅੱਗੇ ਜਾ ਕੇ ਵੇਖਿਆ ਜਿਹਨੂੰ ਸ਼ਾਹੀ ਟਿੱਬੀ ਕਿਹਾ ਜਾਂਦਾ, ਉੱਚੀ ਟਿੱਬੀ, ਉੱਥੇ ਜਾ ਕੇ ਵੇਖਿਆ ਵੀ ਆ ਪਿੱਛੇ ਸ਼ਸਤਰ ਚੱਲ ਰਹੇ ਆ, ਕਿਹੜੇ ਸਿੰਘ ਜੰਗ ਕਰ ਰਹੇ, ਫੌਜ ਨੂੰ ਰੋਕ ਰਹੇ ਆ। ਸੱਜੇ ਖੱਬੇ ਵੇਖਿਆ, ਸਾਹਿਬਜ਼ਾਦਾ ਨਾਲ ਨਹੀਂ ਹੈ। ਸਿੰਘਾਂ ਨੇ ਆਖਿਆ ਮਹਾਰਾਜ ਆਪ ਜੀ ਦਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਨਾਲ ਦੇ ਸਾਥੀ ਸਿੰਘ ਮੁਕਾਬਲਾ ਕਰ ਰਹੇ, ਫੌਜ ਨੂੰ ਰੋਕ ਕੇ ਰੱਖਿਆ ਹੋਇਆ। ਕਹਿਣ ਲੱਗੇ ਕੋਈ ਸਿੰਘ ਜਾਓ ਤੇ ਅਜੀਤ ਸਿੰਘ ਨੂੰ ਅੱਗੇ ਭੇਜ ਦਿਓ। ਭਾਈ ਉਹਦੇ ਸਿੰਘ ਜੀ ਉਹ ਕਹਿਣ ਲੱਗੇ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਜਾਂਦਾ। ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਬੇਨਤੀ ਕੀਤੀ ਸਤਿਗੁਰੂ ਜੀ ਰੱਖਿਆ ਕਰਿਓ, ਨਾਲੇ ਪ੍ਰਲੋਕ ਵਿੱਚ ਵੀ ਸਹਾਈ ਹੋਇਓ। ਤੇ ਮਹਾਰਾਜ ਨੇ ਕੰਡ ਤੇ ਥਾਪੀ ਦਿੱਤੀ ਭਾਈ ਉਹਦੇ ਸਿੰਘ ਦੇ। ਆਖਿਆ ਉਹਦੇ ਸਿੰਘ ਜਿਵੇਂ ਇੱਥੇ ਸਾਡੀ ਹਜ਼ੂਰੀ ਵਿੱਚ ਹੈ ਤੇ ਦਰਗਾਹ 'ਚ ਵੀ ਹਜ਼ੂਰੀ 'ਚ ਹੀ ਰੱਖਾਂਗੇ, ਪ੍ਰਲੋਕ 'ਚ ਵੀ ਆਪਣੇ ਪਾਸ ਹੀ ਰੱਖਾਂਗੇ। ਭਾਈ ਉਹਦੇ ਸਿੰਘ ਜੀ ਗਏ, ਬਾਬਾ ਅਜੀਤ ਸਿੰਘ ਜੀ ਦੇ ਪਾਸ ਜਾ ਕੇ ਜੰਗ ਕਰਨ ਲੱਗੇ। ਉਹਨਾਂ ਨੂੰ ਤੋੜ ਦਿੱਤਾ। ਕਹਿਣ ਲੱਗੇ ਪਿਤਾ ਜੀ ਬੁਲਾ ਰਹੇ, ਤੁਸੀਂ ਚਲੇ ਜਾਓ। ਨਹੀਂ ਸੀ ਆਉਂਦੇ। ਵਾਰ-ਵਾਰ ਆਖਿਆ, ਬਾਬਾ ਅਜੀਤ ਸਿੰਘ ਜੀ ਆਏ ਵੀ ਪਿਤਾ ਜੀ ਦਾ ਬਚਨ ਜਾਣਾ ਹੀ ਪੈਣਾ ਹੈ। ਅੱਗੇ ਆਏ। ਭਾਈ ਉਹਦੇ ਸਿੰਘ ਜੀ ਨੇ ਫੌਜ ਨੂੰ ਉੱਥੇ ਰੋਕਿਆ, ਆਪਣੇ ਜਥੇ ਦੇ ਸਮੇਤ, ਸਿੰਘਾਂ ਦੇ ਸਮੇਤ। ਐਸਾ ਵੀਰ ਰਸ ਵਿੱਚ ਆ ਕੇ ਜੰਗ ਕੀਤਾ ਨਾ ਭਾਈ ਉਹਦੇ ਸਿੰਘ ਨੇ। ਰਾਤ ਦੇ ਹਨੇਰੇ 'ਚ ਦੁਸ਼ਮਣ ਦਲ ਇਹ ਖਿਆਲ ਕਰ ਰਿਹਾ ਸੀ ਵੀ ਇਹ ਗੁਰੂ ਗੋਬਿੰਦ ਸਿੰਘ ਆਪ ਜੰਗ ਕਰ ਰਹੇ ਆ। ਗੁਰੂ ਗੋਬਿੰਦ ਸਿੰਘ ਆਪ, ਉਹਨਾਂ ਨੂੰ ਭੁਲੇਖਾ ਪੈ ਰਿਹਾ ਸੀ। ਐਸੇ ਜਾਹੋ ਜਲਾਲ ਵਿੱਚ, ਐਸੇ ਵੀਰ ਰਸ ਵਿੱਚ ਭਾਈ ਉਹਦੇ ਸਿੰਘ ਜੀ ਜੰਗ ਕਰ ਰਹੇ। 1.5 ਪਹਿਰ ਆਪਣੇ ਸਾਥੀਆਂ ਦੇ ਸਮੇਤ ਭਾਈ ਉਹਦੇ ਸਿੰਘ ਜੀ ਨੇ ਫੌਜ ਨੂੰ ਅੱਗੇ ਨਹੀਂ ਵਧਣ ਦਿੱਤਾ। 1.5 ਪਹਿਰ ਲਿਖਿਆ ਇਤਿਹਾਸ ਵਿੱਚ, 4.5 ਘੰਟੇ ਬਣਦੇ ਆ। 4.5 ਘੰਟੇ ਭਾਈ ਉਹਦੇ ਸਿੰਘ ਜੀ ਨੇ ਫੌਜ ਨੂੰ ਰੋਕ ਕੇ ਰੱਖਿਆ। ਤੇ ਉਸ ਮੌਕੇ ਤੇ ਫਿਰ ਪਿੱਛੋਂ ਹਾਲੇ ਬਾਬਾ ਅਜੀਤ ਸਿੰਘ ਜੀ ਅੱਗੇ ਆਏ ਨਹੀਂ ਸੀ। ਮਹਾਰਾਜ ਨੇ ਭਾਈ ਜੀਵਨ ਸਿੰਘ ਨੂੰ ਆਖਿਆ, ਜੋ ਬਾਹਰ ਜਿੱਥੇ ਹੁਕਮਨਾਮਾ ਲਿਖਿਆ ਉੱਥੇ ਵੀ ਲਿਖਿਆ ਹੋਇਆ ਵੀ ਅੱਜ ਭਾਈ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਹੁਕਮਨਾਮੇ ਦੇ ਥੱਲੇ। ਤੇ ਅੱਜ ਹੋਰ ਵੀ ਅਨੇਕਾਂ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ। ਭਾਈ ਜੀਵਨ ਸਿੰਘ ਜੀ ਤੋਂ ਪਹਿਲਾਂ ਭਾਈ ਉਦੇ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ। ਅੱਜ ਦੀ ਰਾਤ ਇਹ ਭਾਈ ਉਦੇ ਸਿੰਘ ਜੀ ਵੀ ਸ਼ਹੀਦ ਹੋਏ 4.5 ਘੰਟੇ ਲੜ ਕੇ। ਤਾਂ ਫਿਰ ਮਹਾਰਾਜ ਨੇ ਭਾਈ ਜੀਵਨ ਸਿੰਘ ਨੂੰ ਆਖਿਆ, ਜੋ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਬਣੇ, ਵੀ ਭਾਈ ਜੀਵਨ ਸਿੰਘ ਤੁਸੀਂ ਜਾਓ ਤੇ ਸਾਹਿਬਜ਼ਾਦੇ ਨੂੰ ਅੱਗੇ ਲੈ ਕੇ ਆਓ। ਤੇ ਬੇਨਤੀ ਕੀਤੀ ਮਹਾਰਾਜ ਤੁਸੀਂ ਤਾਂ ਮੇਰੇ ਦਿਲ ਦੀ ਬੁੱਝ ਲਈ, ਮੈਂ ਪਹਿਲਾਂ ਹੀ ਜਾਣਾ ਚਾਹੁੰਦਾ ਸਾਂ, ਤੁਸੀਂ ਆਗਿਆ ਦਿੱਤੀ ਹੈ ਤੇ ਹੁਣ ਮੈਂ ਜਾਣਾ ਹਾਂ। ਤੇ ਮਹਾਰਾਜ ਤੁਹਾਡੀ ਕਿਰਪਾ ਨਾਲ ਇੰਨੀ ਕਿਤੇ ਤਾਕਤ ਤੁਸੀਂ ਮੈਨੂੰ ਦਿੱਤੀ ਆ, ਸਰਸਾ ਦੇ ਕੰਢੇ ਤੀਕ ਤੇ ਮੈਂ ਸਾਹਿਬਜ਼ਾਦੇ ਨੂੰ ਲੈ ਹੀ ਆਵਾਂਗਾ। ਜਦੋਂ ਇਹ ਗੱਲ ਕਹੀ ਨਾ ਤੇ ਮਹਾਰਾਜ ਕਹਿੰਦੇ ਜੀਵਨ ਸਿੰਘ ਤੇਰੀ ਇੱਛਾ ਸਰਸਾ ਦੇ ਕੰਢੇ ਤੀਕ ਆਉਣ ਦੀ, ਤੂੰ ਇੱਥੋਂ ਤੀਕ ਹੀ ਆਵੇਂਗਾ, ਇੱਥੇ ਆ ਕੇ ਤੇਰੀ ਸ਼ਹੀਦੀ ਹੋ ਜਾਵੇਗੀ। ਇਹ ਬਚਨ ਕੀਤਾ। ਭਾਈ ਜੀਵਨ ਸਿੰਘ ਜਾਂਦੇ ਆ, ਸਿੰਘਾਂ ਦੇ ਸਮੇਤ ਜਾ ਕੇ ਮੁਕਾਬਲਾ ਕਰਦੇ, ਸਾਹਿਬਜ਼ਾਦੇ ਨੂੰ ਨਾਲ ਲੈ ਕੇ ਆਉਂਦੇ ਆ। ਇੱਥੋਂ ਤੀਕ ਆਉਂਦੇ ਆ ਕੰਢੇ ਤੀਕ, ਸਾਹਿਬਜ਼ਾਦਾ ਪਿਤਾ ਜੀ ਦੇ ਪਾਸ ਆ ਜਾਂਦੇ ਆ। ਆ ਕੇ ਪਿਤਾ ਜੀ ਨੂੰ ਫਤਿਹ ਬੁਲਾਉਂਦੇ ਆ ਤੇ ਨਾਲੇ ਪਿੱਛੇ ਜੋ ਕੁਝ ਹੋਇਆ ਉਹ ਦੱਸਦੇ ਆ।
ਪਿੱਛੇ ਭਾਈ ਉਹਦੇ ਸਿੰਘ ਜੀ ਦੀ ਸ਼ਹੀਦੀ ਹੁੰਦੀ ਆ, ਸਰਸਾ ਦੇ ਕੰਢੇ ਤੇ ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਹੁੰਦੀ ਆ। ਇੰਨੇ ਚਿਰ ਨੂੰ ਅੰਮ੍ਰਿਤ ਵੇਲਾ ਹੁੰਦਾ ਵਾ, ਨਾਲੇ ਸਿੰਘ ਜੰਗ ਕਰਦੇ ਪਿੱਛੇ ਰੋਕ ਕੇ ਰੱਖਦੇ ਆ, ਤੇ ਨਾਲੇ ਜੋ ਸਾਡੀ ਚੱਲੀ ਆਉਂਦੀ ਰਵਾਇਤ ਹੈ, ਕੁਝ ਗੱਲਾਂ ਇਤਿਹਾਸ ਵਿੱਚ ਲਿਖੀਆਂ ਨਹੀਂ ਹੁੰਦੀਆਂ, ਉਹ ਸੀਨਾ ਬਸੀਨਾ ਵੀ ਆਉਂਦੀਆਂ ਹਨ, ਟਕਸਾਲਾਂ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਹਨ। ਤਾਂ ਵੀ ਫਿਰ ਮਹਾਰਾਜ ਨੇ ਕੰਢੇ ਤੇ ਆਖਿਆ, ਸਿੰਘੋ ਅੰਮ੍ਰਿਤ ਵੇਲਾ ਹੋਇਆ, ਹੁਣ ਅੰਮ੍ਰਿਤ ਵੇਲੇ ਦਾ ਨਿਤਨੇਮ ਕਰੀਏ। ਪਿੱਛੇ ਜੰਗ ਹੋ ਰਿਹਾ ਹੈ ਤੇ 6 ਪੋਹ ਦੀ ਰਾਤ ਸਮਾਪਤ ਹੋ ਰਹੀ ਹੈ ਤੇ 7 ਪੋਹ ਦਾ ਅੱਜ ਦਾ ਦਿਨ ਚੜ੍ਹ ਰਿਹਾ ਹੈ। ਸਰਸਾ ਦੇ ਕੰਢੇ ਤੇ ਫਿਰ ਮਹਾਰਾਜ ਨੇ ਨਿਤਨੇਮ ਕੀਤਾ, ਸਿੰਘਾਂ ਨਾਲ ਮਿਲ ਕੇ ਆਸਾ ਕੀ ਵਾਰ ਦਾ ਕੀਰਤਨ ਕੀਤਾ। ਇਹ ਪੂਰਨੇ ਪਾਏ ਸਾਡੇ ਵਾਸਤੇ ਵੀ ਇਹੋ ਜਿਹਾ ਸੰਕਟ ਵੀ ਆ ਜਾਵੇ ਵੀ 10 ਲੱਖ ਫੌਜ ਵੀ ਪਿੱਛੇ ਚੜ੍ਹੀ ਹੋਵੇ, ਅੱਗੇ ਸਰਸਾ ਵੀ ਚੜ੍ਹੀ ਹੋਵੇ, ਤੇ ਉੱਤੋਂ ਮੀਂਹ ਵੀ ਨਿੱਕਾ ਨਿੱਕਾ ਪੈਂਦਾ ਹੋਵੇ, ਤੇ ਇਹੋ ਜਿਹੀ ਕਹਿਰਾਂ ਦੀ ਠੰਡ ਵੀ ਹੋਵੇ ਅੱਡਾਂ ਨੂੰ ਚੀਰਦੀ, ਤੇ ਫਿਰ ਵੀ ਨਿਤਨੇਮ ਕੀਤਾ ਜਾਵੇ, ਫਿਰ ਵੀ ਆਸਾ ਕੀ ਵਾਰ ਕੀਤੀ ਜਾਵੇ। ਤੋ ਇਹ ਅੱਜ ਦਾ ਇਤਿਹਾਸ ਹੈ ਸਾਧ ਸੰਗਤ ਜੀ, 6 ਪੋਹ ਦੀ ਰਾਤ ਦਾ, ਤੇ ਫਿਰ 7 ਪੋਹ ਨੂੰ ਅੱਜ ਦੀ ਰਾਤ ਹੀ ਫਿਰ ਮਹਾਰਾਜ ਨੇ ਉੱਥੇ ਨਿਤਨੇਮ ਕਰਕੇ ਤੇ ਫਿਰ ਇਹ ਸਰਸਾ ਪਾਰ ਕੀਤੀ ਆ। ਤਿੰਨਾਂ ਹਿੱਸਿਆਂ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਵੰਡਿਆ ਜਾਂਦਾ। ਇੱਕ ਪਾਸੇ ਭਾਈ ਮਣੀ ਸਿੰਘ ਜੀ ਤੇ ਇੱਕ ਹੋਰ ਸਿੰਘ ਦਿੱਲੀ ਦਾ, ਉਹਦੇ ਨਾਲ ਗੁਰੂ ਸਾਹਿਬ ਜੀ ਦੇ ਧਰਮ ਪਤਨੀਆਂ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਉਹ ਇੱਧਰ ਨੂੰ ਪਾਰ ਹੋ ਕੇ ਰੋਪੜ ਇੱਕ ਰਾਤ ਰਹਿੰਦੇ, ਫਿਰ ਦਿੱਲੀ ਨੂੰ ਜਾਂਦੇ ਆ। ਇੱਕ ਪਾਸੇ ਮਾਤਾ ਗੁਜਰ ਕੌਰ ਜੀ, 80 ਸਾਲ ਤੋਂ ਵਡੇਰੀ ਉਮਰ ਹੈ, ਨਾਲ ਛੋਟੇ ਲਾਲ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਗੰਗੂ ਬ੍ਰਾਹਮਣ ਦੇ ਨਾਲ ਪਾਰ ਹੋਣ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਰੁਕਦੇ ਹੋਏ ਉਹ ਇੱਧਰ ਨੂੰ ਜਾਂਦੇ ਆ ਖੇੜੀਵਾਲ ਨੂੰ। ਤੇ ਕਲਗੀਧਰ ਪਾਤਸ਼ਾਹ ਦੇ ਨਾਲ ਉਸ ਵੇਲੇ 40 ਸਿੰਘ ਹਨ, 35 ਤਾਂ ਤਿਆਰ ਸਨ ਜੰਗ ਕਰਦੇ ਹੋਏ, 5 ਬਾਅਦ ਵਿੱਚ ਆ ਕੇ ਜ਼ਖਮੀ ਸਿੰਘ ਮਹਾਰਾਜ ਨੂੰ ਮਿਲਦੇ ਆ, ਸਰਸਾ ਪਾਰ ਕਰਦੇ ਰੋਪੜ ਵੱਲ ਨੂੰ ਜਾਂਦੇ ਆ। ਉਹ ਅਗਲੇ ਦਿਨਾਂ ਵਿੱਚ ਬਾਕੀ ਦਾ ਇਤਿਹਾਸ ਆਪਾਂ ਵਿਚਾਰਾਂਗੇ ਨਾਲ। ਤੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਾਕੀ ਜਿੰਨੇ ਸਿੰਘ ਸੀ ਨਾ, ਸੈਂਕੜਿਆਂ ਦੀ ਗਿਣਤੀ ਵਿੱਚ, ਇਹਨਾਂ 40 ਤੋਂ ਬਿਨਾਂ ਤੇ ਜਾਂ ਮਾਤਾਵਾਂ ਦੇ ਨਾਲ ਜਿਹੜੇ ਦਿੱਲੀ ਵੱਲ ਨੂੰ ਗਏ ਉਹਨਾਂ ਸਿੰਘਾਂ ਤੋਂ ਬਿਨਾਂ ਬਾਕੀ ਸਾਰੇ ਸਿੰਘਾਂ ਦਾ ਜ਼ਿਕਰ ਆਇਆ, ਸਾਰੇ ਸ਼ਹੀਦ ਹੋ ਗਏ। ਇੱਥੋਂ ਬਦਾਵਾ ਵੀ ਜਿਨ੍ਹਾਂ ਨੇ ਲਿਖਿਆ ਸੀ ਉਹ ਵੀ ਗਾਂ ਨਹੀਂ ਵੀ ਇਹ ਨਹੀਂ ਵੀ ਘਰਾਂ ਨੂੰ ਚਲੇ ਗਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਇਹੀ ਜ਼ਿਕਰ ਆਇਆ ਵੀ ਉਹਨਾਂ ਸਾਰਿਆਂ ਨੇ ਸਰਸਾ ਪਾਰ ਕਰਨ ਤੀਕ 20 ਕੋਹਾਂ ਤੀਕ ਤੁਰਕਾਂ ਦਾ ਮੁਕਾਬਲਾ ਕਰਦਿਆਂ ਪਹਾੜੀਆਂ ਦੀ ਫੌਜ ਦਾ ਮੁਕਾਬਲਾ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਲਈ। ਦੂਜੇ ਬਦਾਵੇ ਦਾ ਜ਼ਿਕਰ ਆਉਂਦਾ ਇਤਿਹਾਸ ਵਿੱਚ, ਉਹ ਪੰਚਾਇਤ ਨੇ ਲਿਖਿਆ ਸੀ ਮਾਲਵੇ ਦੇ ਇਲਾਕੇ ਰਾਮਿਆਣੇ ਪਿੰਡ ਵਿੱਚ, ਉਹ ਫਿਰ ਪੜਵਾਇਆ ਸੀ ਜਾ ਕੇ ਉਦੋਂ ਅਗਲੇ ਪਿੰਡ ਵਿੱਚ ਖਰਦਰਾਣੇ ਦੀ ਢਾਬ ਤੇ ਭਾਈ ਮਹਾਂ ਸਿੰਘ ਤੇ ਮਾਈ ਭਾਗ ਕੌਰ ਉਹਨਾਂ ਦੇ ਸਾਥੀਆਂ ਨੇ। ਤਾਂ ਉਦੋਂ ਸਾਰਿਆਂ ਨੂੰ ਫਿਰ ਮਹਾਰਾਜ ਨੇ ਬਖਸ਼ ਦਿੱਤਾ ਸੀ, ਜਿਨ੍ਹਾਂ ਨੇ ਬਦਾਵਾ ਉੱਥੇ ਲਿਖਿਆ, ਜਿਨ੍ਹਾਂ ਨੇ ਆਨੰਦਪੁਰ ਲਿਖਿਆ, ਉਹ ਸਾਰਿਆਂ ਨੂੰ ਉੱਥੇ ਮਹਾਰਾਜ ਨੇ ਬਖਸ਼ਿਆ ਸੀ। ਭਾਈ ਮਹਾਂ ਸਿੰਘ ਸਾਹਿਬ ਜੀ ਦੀ ਤੇ ਸਾਥੀਆਂ ਦੀ ਕੁਰਬਾਨੀ ਕਰਕੇ ਗਰੀਬ ਨਵਾਜ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਹਾਨ ਕੁਰਬਾਨੀਆਂ ਕੀਤੀਆਂ। ਤੋ ਸ਼ਰਧਾ ਭਾਵਨਾ ਨਾਲ ਜੋ ਲੜੀਵਾਰ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ, ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਰਾਮਕਲੀ ਮਹਲਾ ਪੰਜਵਾਂ। ਘਰ ਦੂਜਾ ਤੁਮਦੇ। ਰਾਗ ਰਾਮਕਲੀ ਹੈ। ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਘਰ ਦੂਜਾ, ਦੂਜੇ ਘਰ ਸੁਰ ਤਾਲ ਦੇ ਅੰਦਰ 2 ਪਦੇ, 2 ਪਦਿਆਂ ਵਾਲੇ ਇਹ ਸ਼ਬਦ ਮਹਾਰਾਜ ਸਾਹਿਬ ਜੀ ਦੇ ਹਨ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕ ਹੈ, ਜਿਸ ਦੇ ਨਾਮ ਅਨੇਕਾਂ ਹਨ, ਜਿਸ ਦੇ ਗੁਣ ਅਨੇਕਾਂ ਹਨ। ਉਹ ਹਸਤੀ ਇੱਕ ਹੈ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਉਹ ਇੱਕ ਹੈ ਜਿਸ ਨੂੰ ਕੋਈ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਗੁਸਈਆਂ ਕਹਿੰਦਾ ਹੈ। ਉਸੇ ਨੂੰ ਵਾਹਿਗੁਰੂ ਆਖਿਆ ਜਾਂਦਾ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਐਸਾ ਉਹ ਵਾਹਿਗੁਰੂ ਇੱਕ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ।
ਸਾਰਿਆਂ ਤੋਂ ਭਾਵ ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਉਹ ਪ੍ਰਕਾਸ਼ਕ ਹੈ। ਹਰੇਕ ਜੀਵ ਵਿੱਚ ਉਸੇ ਦਾ ਹੀ ਪ੍ਰਕਾਸ਼ ਹੈ, ਤੇ ਪ੍ਰਕਾਸ਼ ਉਸ ਦੇ ਪ੍ਰਕਾਸ਼ ਦੇ ਨਾਲ ਹੀ ਸੂਰਜ ਤੇ ਚੰਦ ਪ੍ਰਕਾਸ਼ ਕਰ ਰਹੇ ਹਨ। ਹਰ ਇੱਕ ਜੀਵ ਜੰਤੂ ਦੇ ਵਿੱਚ ਉਸੇ ਦਾ ਹੀ ਪ੍ਰਕਾਸ਼ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਅੱਖਾਂ ਵੇਖ ਰਹੀਆਂ ਇਹ ਉਸੇ ਦਾ ਹੀ ਪ੍ਰਕਾਸ਼ ਹੈ, ਰਸਨਾ ਬੋਲ ਰਹੀ ਇਹ ਉਸ ਦਾ ਹੀ ਪ੍ਰਕਾਸ਼ ਹੈ, ਕੰਨ ਸੁਣ ਰਹੇ ਹਨ, ਹੱਥ ਹਿੱਲ ਰਹੇ ਕੰਮ ਕਰਦੇ, ਪੈਰ ਚੱਲਦੇ ਹਨ। ਤੇ ਇਸੇ ਤਰ੍ਹਾਂ ਇਹ ਸਾਰਾ ਹੀ ਜੋ ਕੁਝ ਕਿਰਿਆ ਕਰਮ ਹੋ ਰਿਹਾ ਹੈ ਪ੍ਰਭੂ ਦੇ ਪ੍ਰਕਾਸ਼ ਦੇ ਨਾਲ ਹੀ ਹੈ। ਤਾਂ ਮਹਾਰਾਜ ਸਾਹਿਬ ਕਹਿੰਦੇ ਹਨ ਕਿ ਉਹ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਜੋ ਓਅੰਕਾਰ ਪਦ ਹੈ ਇਹਦੇ 3 ਹਿੱਸੇ ਕਰਕੇ ਵੀ ਗੁਰਮੁਖ ਅਰਥ ਕਰਦੇ ਹਨ। ਓ ਅੰਕਾਰ, ਉਹ ਨਾਮ ਹੁੰਦਾ ਉਤਪਤੀ ਦਾ। ਜੋ ਇੱਕ ਹੈ ਉਹ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਕਰਨ ਵਾਲਾ ਹੈ, ਉਤਪਤੀ ਕਰਨ ਵਾਲਾ ਹੈ। ਤੇ ਅੰਗ ਨਾਮ ਹੁੰਦਾ ਹੈ ਅੰਗ ਦਾ, ਅੰਗ ਨਾਮ ਪੱਖ ਪਾਲਣਾ ਦਾ, ਵੀ ਜਿਸ ਨੂੰ ਉਹਨੇ ਪੈਦਾ ਕੀਤਾ ਉਹਦੀ ਫਿਰ ਉਹ ਪਾਲਣਾ ਵੀ ਕਰਦਾ ਹੈ। ਤੇ ਕਾਰ ਨਾਮ ਹੁੰਦਾ ਹੈ ਸੰਘਾਰ ਦਾ, ਲੈਤਾ ਕਰਨ ਦਾ, ਵੀ ਜਿਸ ਨੂੰ ਪੈਦਾ ਕੀਤਾ, ਜਿਸ ਦੀ ਪਾਲਣਾ ਕੀਤੀ, ਉਹਦਾ ਫਿਰ ਖਾਤਮਾ ਵੀ ਕਰਦਾ ਹੈ। ਐਸਾ ਜੋ ਇੱਕ ਹੈ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਸੰਘਾਰ ਕਰਨ ਵਾਲਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਓਅੰਕਾਰ ਉਚਾਰਨ ਮਾਤਰ ਸੇ ਉਹ ਰੱਖਿਆ ਕਰਦਾ ਹੈ। ਤੇ ਓਅੰਕਾਰ ਦੀ ਧੁਨੀ ਦੁਆਰਾ ਹੀ ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ। ਜਿਵੇਂ ਮਹਾਰਾਜ ਨੇ ਆਖਿਆ ਕੀਤਾ ਪਸਾਓ ਏਕੋ ਕਵਾਓ, ਉਹ ਏਕੋ ਕਵਾਓ ਓਅੰਕਾਰ ਹੀ ਕੀਤਾ ਉਸਨੇ। ਤੇ ਇਸ ਤੇ ਹੋਏ ਲੱਖ ਦਰਿਆਓ, ਲੱਖਾਂ ਪਾਣੀ ਦੇ ਦਰਿਆ ਪੈਦਾ ਕਰ ਦਿੱਤੇ, ਲੱਖਾਂ ਮਨੁੱਖਾਂ ਦੇ ਦਰਿਆ ਪੈਦਾ ਕਰ ਦਿੱਤੇ, ਲੱਖਾਂ ਪਸ਼ੂਆਂ ਪੰਛੀਆਂ ਦੇ ਦਰਿਆ ਪੈਦਾ ਕਰ ਦਿੱਤੇ, ਲੱਖਾਂ 84 ਲੱਖ ਜੂਨਾਂ ਦੇ ਦਰਿਆ ਪੈਦਾ ਕਰ ਦਿੱਤੇ। ਉਹ ਵਾਹਿਗੁਰੂ ਪਰਮੇਸ਼ਰ ਨੇ ਓਅੰਕਾਰ ਦੀ ਧੁਨ ਦੁਆਰਾ ਹੀ ਸਭ ਸ੍ਰਿਸ਼ਟੀ ਪੈਦਾ ਕੀਤੀ ਹੈ। ਓਅੰਕਾਰ ਆਦ ਕਥਨੀ ਅਨਾਦ, ਓਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨ ਚਿਤ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਮਏ। ਐਸਾ ਉਹ ਵਾਹਿਗੁਰੂ ਇੱਕ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ, ਤੇ ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦਾ ਨਾਮ ਹੈ। ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਉਸ ਦੀ ਸਮਝ ਪੈਂਦੀ ਹੈ। ਜੋ ਐਸਾ ਪਰਮੇਸ਼ਰ ਹੈ ਉਹਦੀ ਸਮਝ ਤਾਂ ਪੈਂਦੀ ਹੈ ਜੇ ਸਤਿਗੁਰੂ ਜੀ ਪ੍ਰਸਾਦ ਕਿਰਪਾ ਕਰਨ। ਤਾਂ ਹੀ ਮਹਾਰਾਜ ਨੇ ਆਖਿਆ ਕਿ ਭਾਈ ਪਰਮੇਸ਼ਰ ਨੂੰ ਸਮਝਣ ਵਾਸਤੇ ਸਮਝ ਕੇ ਸਮਝ ਪਤਾ ਕੀ ਪੈਂਦੀ ਹੈ ਵੀ ਉਹਨੂੰ ਪੂਰਾ ਸਮਝਿਆ ਹੀ ਨਹੀਂ ਜਾ ਸਕਦਾ। ਸਮਝ ਕੇ ਸਮਝ ਇਹੀ ਪੈਂਦੀ ਹੈ ਜਿਹਨੂੰ ਪੂਰੇ ਗੁਰੂ ਰਾਹੀਂ ਸਮਝ ਪਈ ਨਾ ਵਾਹਿਗੁਰੂ ਜੀ ਦੀ। ਉਹਨਾਂ ਨੇ ਇਹ ਆਖਿਆ ਵੀ ਜਿੰਨਾ ਮਰਜ਼ੀ ਜਸ ਕਰੀ ਜਾਈਏ, ਜਿੰਨਾ ਮਰਜ਼ੀ ਲਿਖੀ ਜਾਈਏ, ਜਿੰਨਾ ਮਰਜ਼ੀ ਬੋਲੀ ਜਾਈਏ, ਉਹਦਾ ਅੰਤ ਕੋਈ ਨਹੀਂ ਆਉਂਦਾ। ਸਮਝ ਇਹ ਪਈ ਭਗਤ ਕਬੀਰ ਸਾਹਿਬ ਨੂੰ ਪਈ ਤੇ ਉਹਨਾਂ ਨੇ ਕਹਿ ਦਿੱਤਾ ਵੀ ਕਿੰਨੇ ਕੁ ਕਾਗਜ਼ਾਂ ਦੇ ਉੱਤੇ ਲਿਖ ਲਵਾਂਗੇ ਵਾਹਿਗੁਰੂ ਦਾ ਜਸ। ਕਹਿੰਦੇ ਕਾਗਜ਼ ਮੁੱਕ ਜਾਊ, ਸ਼ਾਹੀ ਮੁੱਕ ਜਾਊ, ਕਲਮਾਂ ਮੁੱਕ ਜਾਣਗੀਆਂ, ਪਰ ਵਾਹਿਗੁਰੂ ਜੀ ਇੰਨਾ ਬੇਅੰਤ ਆ, ਇੰਨਾ ਵੱਡਾ ਵਾ, ਇੰਨਾ ਜਸ ਵਾ ਉਹਦਾ ਕਿ ਉਹ ਜਸ ਨਹੀਂ ਸਮਗਰ ਰੂਪ ਵਿੱਚ ਲਿਖਿਆ ਜਾ ਸਕਦਾ। ਭਾਵੇਂ 7 ਸਮੁੰਦਰਾਂ ਦੀ ਸ਼ਾਹੀ ਬਣਾ ਲਈਏ, ਭਾਵੇਂ ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਜਿੰਨੇ ਦਰਖਤ ਵਾ ਨਾ ਸਾਰੀ ਸ੍ਰਿਸ਼ਟੀ ਦੇ, ਸਾਰੀ ਧਰਤੀ ਦੇ ਦਰਖਤ, ਸਾਰੀ ਬਨਸਪਤੀ ਦੀਆਂ ਕਲਮਾਂ ਘੜ ਕੇ ਲਿਖਣ ਲੱਗ ਪਈਏ, ਧਰਤੀ ਦਾ ਕਾਗਜ਼ ਵੀ ਮੁੱਕ ਜਾਵੇਗਾ, 7 ਸਮੁੰਦਰਾਂ ਦੀ ਸ਼ਾਹੀ ਵੀ ਮੁੱਕ ਜਾਵੇਗੀ, ਕਲਮਾਂ ਮੁੱਕ ਜਾਣਗੀਆਂ ਲਿਖਦਿਆਂ ਲਿਖਦਿਆਂ, ਪਰ ਜਸ ਨਹੀਂ ਮੁੱਕਣਾ। ਕਬੀਰ ਸਾਤ ਸਮੁੰਦਰ ਹੈ ਮਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਇਹ ਸਮਝ ਤਾਂ ਪਈ ਇਹੀ ਸਤਿਗੁਰਾਂ ਨੇ, ਜਿਸ ਨੂੰ ਤੂੰ ਜਾਣ ਆਏ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ। ਇਹ ਭਾਈ ਉਹ ਵਾਹਿਗੁਰੂ ਜੀ ਦੀ ਸਮਝ, ਉਹਦੀ ਸੋਝੀ ਸੱਚੇ ਗੁਰੂ ਦੀ ਕਿਰਪਾ ਨਾਲ ਪੈਂਦੀ ਹੈ। ਤੇ ਸੋਝੀ ਇਹੀ ਪੈਂਦੀ ਹੈ ਵੀ ਉਹ ਬੇਅੰਤ ਹੈ, ਉਹ ਵੱਡਾ ਹੈ, ਉਹਦੇ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ, ਇੱਕ ਤਿਲ ਮਾਤਰ ਵੀ ਨਹੀਂ ਉਹਦਾ ਕਥਨ ਕੀਤਾ ਜਾ ਸਕਦਾ। ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਜਿਨ੍ਹਾਂ ਨੇ ਕੀਮਤ ਪਾਈ ਨਾ ਉਹਨਾਂ ਤੋਂ ਕਿਹਾ ਨਹੀਂ ਜਾਂਦਾ, ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਉਹਨਾਂ ਦੀ ਅਵਸਥਾ ਇਹ ਬਣ ਗਈ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੂਛੇ ਤੇ ਕਿਆ ਕਹੀਏ।
ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਜਿਨ੍ਹਾਂ ਨੇ ਵਡਿਆਈਆਂ ਕੀਤੀਆਂ, ਇੱਕ ਤਿਲ ਜਿੰਨੇ ਵੀ ਮਹਾਰਾਜ ਕਹਿੰਦੇ ਵਡਿਆਈ ਨਹੀਂ ਕਥਨ ਕੀਤੀ ਜਾ ਸਕਦੀ। ਕਥਨਾ ਕਥੀ ਨਾ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੋਟ ਕੋਟ। ਕਰੋੜਾਂ ਨੇ ਪਿੱਛੇ ਕਥਿਆ, ਕਰੋੜਾਂ ਹੁਣ ਕਥਾ ਕਰ ਰਹੇ ਆ, ਕਰੋੜਾਂ ਆਉਣ ਵਾਲੇ ਸਮੇਂ 'ਚ ਕਥਾ ਕਰਨਗੇ, ਪਰ ਕਥਾ ਦਾ ਅੰਤ ਨਹੀਂ ਆਉਂਦਾ। ਕਥਨਾ ਕਥੀ ਨਾ ਆਵੈ ਤੋਟ। ਇਹ ਸਮਝ ਮਹਾਰਾਜ ਕਹਿੰਦੇ ਸਤਿਗੁਰਾਂ ਦੁਆਰਾ ਹੀ ਪੈਂਦੀ ਹੈ ਭਾਈ। ਪੂਰੇ ਗੁਰੂ ਸਾਹਿਬ ਜੀ ਜਿਸ ਵੇਲੇ ਕਿਰਪਾ ਕਰਦੇ, ਫਿਰ ਜੀਵ ਵਾਹਿਗੁਰੂ ਦੇ ਨਾਲ ਜੁੜਦਾ ਹੈ। ਇਸ ਕਰਕੇ ਮਹਾਰਾਜ ਨੇ ਆਖਿਆ, ਪੂਰੇ ਗੁਰ ਕਾ ਸੁਣੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਗਾਵੋ ਰਾਮ ਕੀ ਗੁਣ ਗੀਤ। ਮਹਾਰਾਜ ਕਹਿੰਦੇ ਭਾਈ ਗਾਉਣਾ ਕਰੋ ਰਾਮ ਕੇ ਗੁਣ ਗੀਤ। ਜੋ ਸਰਬ ਵਿਆਪਕ ਰਾਮ ਹੈ ਨਾ, ਉਸ ਰਾਮ ਦੇ ਗੁਣਾਂ ਨੂੰ ਗਾਉਣਾ ਕਰੋ, ਉਹਦੇ ਗੀਤਾਂ ਨੂੰ ਗਾਉਣਾ ਕਰੋ। ਮਹਾਰਾਜ ਸਾਹਿਬ ਜੀ ਨੇ ਇਹ ਗੀਤ ਗਾਉਣ ਵਾਸਤੇ ਆਖਿਆ ਹੈ। ਜਿਹੜੇ ਦੁਨਿਆਵੀ ਗੀਤ ਹਨ, ਜਿਨ੍ਹਾਂ ਵਿੱਚ ਔਗਣਾਂ ਦਾ ਕਥਨ ਹੈ, ਵਿਸ਼ਿਆਂ ਦਾ ਕਥਨ ਹੈ, ਮਹਾਰਾਜ ਕਹਿੰਦੇ ਉਹ ਨਾ ਤੇ ਰਸਨਾ ਤੋਂ ਬੋਲਣੇ ਆ ਤੇ ਨਾ ਕੰਨਾਂ ਵਿੱਚ ਦੇ ਨਾਲ ਸੁਣਨੇ ਆ, ਉਹ ਨਾ ਕੰਨਾਂ ਵਿੱਚ ਪੈਣ। ਜਿਹੜੇ ਇਹ ਰਾਮ ਕੇ ਗੁਣ, ਜਿਹਦੇ ਵਿੱਚ ਰਾਮ ਦੇ ਗੁਣ ਆ ਨਾ, ਉਹ ਆ ਗੁਰੂ ਕੀ ਬਾਣੀ, ਧੁਰ ਕੀ ਬਾਣੀ, ਜਿਹਦੇ ਵਿੱਚ ਰਾਮ ਦੇ ਗੁਣ ਕਥਨ ਕੀਤੇ ਆ। ਇਸ ਕਰਕੇ ਮਹਾਰਾਜ ਕਹਿੰਦੇ ਰਾਮ ਦੇ ਗੁਣ ਕਥਨ ਕਰਨ ਵਾਲੇ ਜਿਹੜੇ ਗੀਤ ਵਾ ਉਹ ਗਾਓ ਭਾਈ, ਫਿਰ ਭੌਜਲ ਤੋਂ ਪਾਰ ਹੋ ਜਾਓਗੇ। ਨਾਨਕ ਭੌਜਲ ਪਾਰ ਪਰੈ, ਜੋ ਗਾਵੇ ਪ੍ਰਭ ਕੇ ਗੀਤ। ਜੇ ਪ੍ਰਭੂ ਦੇ ਗੀਤ ਗਾਓਗੇ ਤੇ ਭੌਜਲ ਤੋਂ ਪਾਰ ਹੋ ਜਾਓਗੇ, ਤੇ ਜੇ ਸੰਸਾਰੀ ਗੀਤ ਗਾਓਗੇ ਤੇ ਸੁਣੋਗੇ ਤੇ ਭੌਜਲ 'ਚ ਡੁੱਬ ਜਾਓਗੇ। ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ, ਉਹ ਤਾਂ ਕੰਨਾਂ 'ਚ ਭੁੱਲ ਕੇ ਵੀ ਨਾ ਪੈਣ, ਜਿਹੜੇ ਲੋਕ ਡੀਜੇ ਆਦਿਕ ਲਾ ਕੇ ਗਾਉਂਦੇ ਸੁਣਾਉਂਦੇ। ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲਿਆ ਜਾਏ। ਹੇ ਮੇਰੇ ਮੋਹਨ, ਮੇਰੇ ਵਾਹਿਗੁਰੂ ਜੀ, ਮੇਰੇ ਕੰਨਾਂ ਵਿੱਚ ਸਾਖਤਾਂ ਦੇ ਗਾਏ ਹੋਏ ਗੰਦੇ ਗੀਤ ਨਾ ਪੈਣ, ਜਿਨ੍ਹਾਂ ਦੇ ਨਾਲ ਜੀਵਨ ਵਿਅਰਥ ਹੋ ਜਾਣਾ ਹੈ, ਵਕਾਰੀ ਹੋ ਜਾਣਾ ਹੈ। ਮਨ ਵਿੱਚ ਵਾਸ਼ਨਾ ਪੈਦਾ ਹੋਣੀ ਹੈ, ਔਗਣ ਪੈਦਾ ਹੋਣੇ ਹਨ। ਸਤਿਗੁਰੂ ਕਹਿੰਦੇ, ਇਹ ਭਾਈ ਇਹ ਰਸਨਾ ਜਿਹੜੀ ਇਹ ਸਫਲੀ ਤਾਂ ਹੋਣੀ ਹੈ ਜੇ ਰਾਮ ਦੇ ਗੁਣ ਗਾਏ ਜਾਣਗੇ, ਪ੍ਰਭੂ ਦੇ ਗੀਤ ਗਾਏ ਜਾਣਗੇ। ਇਸ ਕਰਕੇ ਸਰਬ ਵਿਆਪਕ ਦੇ ਗੁਣਾਂ ਨੂੰ, ਸਰਬ ਵਿਆਪਕ ਦੇ ਇਹ ਬ੍ਰਹਮ ਗੀਤਾਂ ਨੂੰ ਗਾਉਣਾ ਕਰੋ। ਉਹ ਕੀ ਹੈ? ਧੁਰ ਕੀ ਬਾਣੀ ਗਾਓ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਗਾਓ ਭਾਈ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਇਹ ਸੱਚੀ ਬਾਣੀ, ਇਹ ਪ੍ਰਭੂ ਦੇ ਗੁਣਾਂ ਨੂੰ ਕਥਨ ਕਰਨ ਵਾਲੇ ਜੋ ਗੀਤ ਹਨ, ਸਰਬ ਵਿਆਪਕ ਰਾਮ ਦੇ ਗੁਣਾਂ ਨੂੰ, ਰਾਮ ਦੇ ਗੀਤਾਂ ਨੂੰ ਗਾਉਣਾ ਕਰੋ। ਨਾਮ ਜਪਤ ਪਰਮ ਸੁਖ ਪਾਈਐ। ਵਾਹਿਗੁਰੂ ਜੀ ਦਾ ਨਾਮ ਜਪਦਿਆਂ ਮਹਾਰਾਜ ਕਹਿੰਦੇ ਵੱਡਾ ਸੁਖ ਪਾਈਦਾ। ਪਰਮ ਸੁਖ ਆਖਿਆ, ਆਤਮਿਕ ਸੁਖ, ਜਿਹੜਾ ਸਦਾ ਦਾ ਸੁਖ ਹੈ। ਉਹ ਇਹੋ ਜਿਹਾ ਸੁਖ ਵਾ ਵੀ ਸੰਸਾਰ ਦੇ ਕੋਈ ਵੀ ਸੁੱਖ ਉਸ ਦੇ ਬਰਾਬਰ ਨਹੀਂ ਪੁੱਜ ਸਕਦੇ। ਜਿਹੜੇ ਜੀਵਾਂ ਨੇ ਮੰਨੇ ਹੋਏ ਪਦਾਰਥਾਂ ਦਾ ਸੁੱਖ, ਖਾਣ ਪੀਣ ਦਾ ਸੁੱਖ ਮੰਨਿਆ ਹੋਇਆ ਹੈ, ਮਹਾਰਾਜ ਕਹਿੰਦੇ ਦੁਨੀਆ ਦਾ ਕੋਈ ਵੀ ਸੁੱਖ ਉਸ ਸੁੱਖ ਦੇ ਬਰਾਬਰ ਨਹੀਂ ਪੁੱਜ ਸਕਦਾ। ਉਹ ਜਿਹੜਾ ਬ੍ਰਹਮ ਸੁੱਖ ਹੈ, ਪ੍ਰਭੂ ਪ੍ਰਾਪਤੀ ਦਾ ਸੁੱਖ ਹੈ, ਉਹ ਪਰਮ ਸੁੱਖ ਨਾਮ ਜਪ ਕੇ ਪਾਈਦਾ ਹੈ। ਆਵਾ ਗਾਉਣ ਮਿਟੈ
ਨੀਤ। ਏ ਮੇਰੇ ਮਿੱਤਰੋ, ਆਉਣਾ ਜਾਣਾ, ਜੰਮਣਾ ਮਰਨਾ, ਆਵਾ ਗੌਣ ਮਿਟ ਜਾਂਦਾ ਹੈ। ਜਦੋਂ ਵਾਹਿਗੁਰੂ ਦੇ ਨਾਮ ਨੂੰ ਜਪੀਏ ਫਿਰ ਅਭੇਦਤਾ ਦਾ ਪਰਮ ਸੁਖ ਪਾ ਲਈਦਾ ਹੈ। ਤੇ ਆਉਣਾ ਤੇ ਜਾਣਾ, ਆਵਾ ਗੌਣ, ਜੰਮਣਾ ਮਰਨਾ, ਇਹ ਮਿਟ ਜਾਂਦਾ ਹੈ। ਵਿਸਰਾਮ ਦੇ ਕੇ ਫਰਮਾਉਂਦੇ ਹਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਣ ਗਾਵਤ ਹੋਵਤ ਪ੍ਰਗਾਸ। ਜਦੋਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਈਏ ਨਾ, ਫਿਰ ਮਹਾਰਾਜ ਕਹਿੰਦੇ ਹਿਰਦੇ ਵਿੱਚ ਪ੍ਰਗਾਸ ਹੋ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ, ਆਤਮਿਕ ਗਿਆਨ ਹੋ ਜਾਂਦਾ ਹੈ, ਅੰਦਰ ਖੇੜਾ ਹੋ ਜਾਂਦਾ ਹੈ, ਅੰਦਰ ਪ੍ਰਗਾਸ ਹੋ ਜਾਂਦਾ ਹੈ। ਸਤਿਗੁਰੂ ਜੀ ਦੀ ਕਿਰਪਾ ਨਾਲ ਜਦੋਂ ਵਾਹਿਗੁਰੂ ਜੀ ਦੇ ਗੁਣ ਗਾਈਏ, ਉਹ ਗੁਣ ਹੈ ਤਾਂ ਬੇਅੰਤੀ, ਗੁਣਾਂ ਦਾ ਅੰਤ ਤੇ ਆਉਂਦਾ ਨਹੀਂ ਹੈ, ਪਰ ਗਾਉਣ ਵਾਲਿਆਂ ਤੇ ਸੁਣਨ ਵਾਲਿਆਂ ਦਾ ਉਧਾਰ ਹੋ ਜਾਂਦਾ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ, ਗਾਵਤੇ ਉਧ ਰਹਿ ਸੁਣਤੇ ਉਧ ਰਹਿ, ਬਿਨਸਹਿ ਪਾਪ ਘਨੇਰੇ। ਘਨੇਰੇ ਪਾਪ ਨਾਸ ਹੋ ਜਾਂਦੇ। ਜਦੋਂ ਪਾਪ ਨਾਸ ਹੋ ਜਾਂਦੇ ਆ ਤੇ ਫਿਰ ਹਿਰਦੇ ਵਿੱਚ ਪ੍ਰਗਾਸ ਹੋ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਈਏ, ਜਿਨ੍ਹਾਂ ਗੁਣਾਂ ਨੂੰ ਗਾਉਂਦਿਆਂ ਹੋਇਆਂ ਪ੍ਰਗਾਸ ਹੁੰਦਾ ਹੈ। ਚਰਨ ਕਮਲ ਮਹਿ ਹੋਏ ਨਿਵਾਸ। ਤੇ ਪ੍ਰਭੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਜੀਵ ਦਾ ਵਾਸਾ ਹੋ ਜਾਂਦਾ ਹੈ। ਸੰਤ ਸੰਗਤ ਮਹਿ ਹੋਏ ਉਧਾਰ। ਮਹਾਰਾਜ ਕਹਿੰਦੇ ਪ੍ਰਭੂ ਦੇ ਪਿਆਰੇ ਜਿਹੜੇ ਸੰਤ ਜਨ ਹਨ, ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹੋਏ, ਸਾਸ ਗਿਰਾਸ ਸਿਮਰਨ ਕਰਨ ਵਾਲੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਐਸੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਮਿਲ ਕਰਕੇ ਹੋਏ ਉਧਾਰ, ਜੀਵ ਦਾ ਉਧਾਰ ਹੋ ਜਾਂਦਾ, ਕਲਿਆਣ ਹੋ ਜਾਂਦੀ ਹੈ। ਨਾਨਕ ਭਵਜਲ ਉਤਰਸ ਪਾਰ। ਤੇ ਸਤਿਗੁਰੂ ਕਹਿੰਦੇ ਸੰਸਾਰ ਭਉਜਲ ਤੋਂ ਇਹ ਜੀਵ ਪਾਰ ਉਤਰ ਜਾਂਦਾ ਹੈ। ਇੱਕ ਕਿਨਾਰੇ ਪਾਰਲੇ ਕਿਨਾਰੇ ਲੱਗ ਜਾਂਦਾ, ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਜਾਂਦੀ ਹੈ। ਰਾਮ ਕਲੀ ਮਹਲਾ ਪੰਜਵਾ। ਰਾਮ ਕਲੀ ਰਾਗ ਅੰਦਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਗੁਰ ਪੂਰਾ ਮੇਰਾ ਗੁਰ ਪੂਰਾ। ਇਹ ਭਾਈ ਮੇਰਾ ਗੁਰ ਪੂਰਾ ਹੈ। ਮੇਰੇ ਗੁਰੂ ਸਾਹਿਬ ਜੀ ਪੂਰੇ ਸਤਿਗੁਰੂ ਹਨ, ਪਰਿਪੂਰਨ ਹਨ, ਪੂਰੀ ਸਮਰੱਥਾ ਵਾਲੇ ਹਨ। ਜੋ ਕੁਝ ਵੀ ਕਰਨਾ ਚਾਹੁਣ ਉਹ ਕਰਨ ਦੀ ਸਮਰੱਥਾ ਹੈ ਮੇਰੇ ਪੂਰੇ ਸਤਿਗੁਰੂ ਜੀ ਦੇ ਵਿੱਚ। ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਸ ਵੇਲੇ ਸਾਧ ਸੰਗਤ ਜੀ ਸਭ ਰਸਨ ਪਾਣੀ ਸਮਾਪਤ ਹੋ ਗਿਆ ਸੀ, ਸਾਰੇ ਸਿੰਘ ਭੁੱਖ ਦਾ ਦੁੱਖ ਕੱਟ ਰਹੇ ਸੀ, ਪਰ ਫਿਰ ਵੀ ਵੱਡਾ ਭਾਰੀ ਹੱਠ ਰੱਖਿਆ ਹੋਇਆ, ਨਾਮ ਜਪ ਰਹੇ, ਬਾਣੀ ਦਾ ਅਭਿਆਸ ਕਰ ਰਹੇ ਤੇ ਤੁਰਕਾਂ ਦੇ ਨਾਲ, ਪਹਾੜੀਆਂ ਦੇ ਨਾਲ ਲੜ ਰਹੇ ਸਨ। ਤਾਂ ਇੱਕ ਸਿੱਖ ਨੇ ਮਹਾਰਾਜ ਸਾਹਿਬ ਜੀ ਨੂੰ ਪਾਰਸ ਭੇਟ ਕੀਤਾ। ਪਾਰਸ ਉਸ ਮੌਕੇ ਤੇ ਉਹਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਇਹ ਪਾਰਸ ਹੈ। ਮਨ ਵਿੱਚ ਖਿਆਲ ਵੀ ਸੀ, ਮਾਣ ਵੀ ਸੀ, ਹੰਕਾਰ ਸੀ ਵੀ ਇਸ ਮੌਕੇ ਤੇ ਮੈਂ ਗੁਰੂ ਸਾਹਿਬ ਨੂੰ ਪਾਰਸ ਦਿੱਤਾ, ਇਹਦੇ ਤੋਂ ਮਹਾਰਾਜ ਸੋਨਾ ਬਣਾ ਲਈਦਾ। ਤੇ ਸਤਿਗੁਰੂ ਨੇ ਵਗਾ ਕੇ ਪਾਣੀ 'ਚ ਸੁੱਟ ਦਿੱਤਾ। ਕਹਿੰਦਾ ਜੀ ਇਹ ਪਾਰਸ ਸੀ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਉੱਥੇ ਇੱਕ ਕੌਤਕ ਕੀਤਾ, ਅਸਚਰਜ ਕੌਤਕ ਵੇਖ ਕੇ ਹੈਰਾਨ ਹੋਇਆ। ਔਰ ਫਿਰ ਮਹਾਰਾਜ ਕਹਿੰਦੇ ਕੱਢ ਲਾ। ਜਦੋਂ ਕੱਢਣ ਵਾਸਤੇ ਗਿਆ ਤੇ ਕਿੰਨੇ ਪਾਰਸ ਵੇਖੇ ਉੱਥੇ ਪਾਣੀ ਦੇ ਵਿੱਚ ਢੇਰ ਲੱਗੇ। ਸਤਿਗੁਰੂ ਕਹਿੰਦੇ ਸਾਨੂੰ ਭਾਈ ਕੋਈ ਕਮੀ ਨਹੀਂ ਹੈ ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ। ਇਹ ਤਾਂ ਵਾਹਿਗੁਰੂ ਦਾ ਭਾਣਾ ਹੈ, ਮੌਜ ਹੈ। ਤੇ ਜੇ ਦੂਜਾ ਖਿਆਲ ਇਹ ਕਰਦਾ ਹੋਵੇ ਵੀ ਇਹ ਭੁੱਖ ਦਾ ਦੁੱਖ ਸਿੰਘ ਕੱਟ ਰਹੇ ਆ, ਇਸ ਤਰੀਕੇ ਦੇ ਨਾਲ ਇਹ ਸੰਕਟ ਬਣਿਆ ਹੋਇਆ ਹੈ, ਸਤਿਗੁਰੂ ਕਹਿਣ ਲੱਗੇ ਇਹ ਇਹਨਾਂ ਤੋਂ ਤਾਪੀ ਕਰਵਾ ਰਹੇ ਹਾਂ ਅਸੀਂ। ਤਾਪੀ ਇਹ ਜਿਹੜਾ ਭੁੱਖ ਦਾ ਦੁੱਖ ਕੱਟ ਰਿਹਾ ਨਾ, ਇਹ ਇਹਨਾਂ ਦਾ ਹਿਸਾਬ ਕਿਤਾਬ ਜਿਹੜਾ ਉਹ ਪੂਰਾ ਹੋ ਰਿਹਾ ਹੈ। ਇਹ ਤਪ ਹੀ ਕਰ ਰਹੇ ਹਨ, ਇਹ ਇਹਨਾਂ ਨੂੰ ਇਸ ਤਪ ਦਾ ਫਲ ਪ੍ਰਾਪਤ ਹੋਵੇਗਾ। ਤਾਂ ਸਤਿਗੁਰੂ ਗਰੀਬ ਨਵਾਜ ਨੇ ਹੋਰ ਵੀ ਬਚਨ ਕੀਤੇ। ਕਹਿਣ ਲੱਗੇ ਜੇ ਮਨ ਵਿੱਚ ਇਹ ਵੀ ਖਿਆਲ ਜਾਂ ਕਿਸੇ ਦੇ ਜਾਂ ਤੇਰੇ ਆਉਂਦਾ ਹੋਵੇ ਵੀ ਇੰਨੀ ਫੌਜ ਨੇ ਘੇਰਾ ਘੱਤਿਆ,
ਸਤਿਗੁਰੂ ਕਹਿੰਦੇ ਜੇ ਚਾਹੀਏ ਤੇ ਇੱਕੇ ਤੀਰ ਦੇ ਨਾਲ ਹੀ ਮਾਰ ਕੇ ਸਮਾਪਤ ਕਰ ਸਕਦੇ ਆ। ਇੱਕ ਤੀਰ ਨਾਲ ਹੀ, ਇੱਕ ਤੀਰ ਦੀ ਵੀ ਮਾਰ ਨਹੀਂ ਹੈਗੀ ਇਹ ਸਾਰਾ ਤੁਰਕਾਨਾ। ਪਰ ਮਹਾਰਾਜ ਕਹਿੰਦੇ ਕਰਨਾ ਨਹੀਂ ਇਸ ਤਰ੍ਹਾਂ, ਕਰਾਮਾਤ ਵਿਖਾਉਣੀ ਨਹੀਂ। ਵਾਹਿਗੁਰੂ ਦਾ ਹੁਕਮ ਹੀ ਇਸ ਤਰ੍ਹਾਂ ਹੈ। ਨਹੀਂ ਤੇ ਸਾਧ ਸੰਗਤ ਜੀ ਕੀ ਨਹੀਂ ਸੀ ਕਰ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ। ਬਚਨ ਆਇਆ ਵਾ ਗੁਰ ਪੂਰਾ ਮੇਰਾ ਗੁਰ ਪੂਰਾ। ਮੇਰੇ ਗੁਰੂ ਸਾਹਿਬ ਜੀ ਪੂਰੇ ਆ, ਸਰਬ ਕਲਾ ਸਮਰੱਥ ਵਾ। ਚਾਹੁੰਦੇ ਤੇ ਇੱਕ ਤੀਰ ਨਾਲ, ਤੀਰ ਤਾਂ ਕੀ ਫੁਰਨਾ ਹੀ ਕਰ ਲੈਂਦੇ, ਸਾਰਿਆਂ ਨੇ ਸੁਸਰੀ ਵਾਂਗੂ ਸੌਂ ਜਾਣਾ ਸੀ। ਪਰ ਮੌਜ ਦੇ ਮਾਲਕ ਆ, ਇਸੇ ਤਰ੍ਹਾਂ ਹੀ ਮਹਾਰਾਜ ਨੇ ਕਰਨਾ ਸੀ। ਆਪਣੇ ਖਾਲਸੇ ਨੂੰ ਸ਼ਸਤਰਧਾਰੀ ਬਣਾਉਣਾ ਸੀ, ਮੁਸੀਬਤਾਂ ਨਾਲ ਜੂਝਣ ਵਾਲਾ ਬਣਾਉਣਾ ਸੀ। ਤਿਆਰ ਬਰ ਤਿਆਰ ਇਹ ਪੂਰਨੇ ਪਾਏ ਮਹਾਰਾਜ ਨੇ ਵੀ ਏਡੀਆਂ ਏਡੀਆਂ ਮੁਸੀਬਤਾਂ ਵੀ ਪੈ ਜਾਣ ਤੇ ਫਿਰ ਵੀ ਡੋਲਣਾ ਨਹੀਂ ਪਾਈ, ਫਿਰ ਵੀ ਬਾਣੀ ਬਾਣੇ ਵਿੱਚ ਤਿਆਰ ਬਰ ਤਿਆਰ ਰਹਿਣਾ ਹੈ। ਵਾਹਿਗੁਰੂ ਦੇ ਭਾਣੇ ਨੂੰ ਮੰਨਣਾ ਹੈ, ਨਾਮ ਜਪਣਾ, ਬਾਣੀ ਪੜ੍ਹਨੀ ਹੈ, ਚੜ੍ਹਦੀ ਕਲਾ 'ਚ ਰਹਿਣਾ ਹੈ। ਦੁੱਖ ਸੁੱਖ ਨੂੰ ਬਰਾਬਰ ਸਮਝਣਾ ਹੈ। ਸੁੱਖ ਆਏ ਵਿੱਚ ਹੰਕਾਰੀ ਨਹੀਂ ਹੋਣਾ, ਦੁੱਖ ਆਏ ਤੋਂ ਚਿੰਤਾਗ੍ਰਸਤ ਨਹੀਂ ਹੋਣਾ। ਤਾਂ ਮਹਾਰਾਜ ਸਾਹਿਬ ਜੀ ਪੂਰੇ ਹਨ। ਤਾਂ ਪੰਚਮ ਪਾਤਸ਼ਾਹ ਕਹਿ ਰਹੇ ਗੁਰ ਪੂਰਾ ਮੇਰਾ ਗੁਰ ਪੂਰਾ। ਇਹ ਭਾਈ ਮੇਰੇ ਗੁਰੂ ਸਾਹਿਬ ਜੀ ਪਰਿਪੂਰਨ ਪੂਰੀ ਸਮਰੱਥਾ ਵਾਲੇ ਹਨ। ਰਾਮ ਨਾਮ ਜਪ ਸਦਾ ਸੁਹੇਲੇ। ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਜੋ ਸਰਬ ਵਿਆਪਕ ਰਾਮ ਦਾ ਨਾਮ ਹੈ ਨਾ, ਉਸ ਨੂੰ ਜਪ ਕਰਕੇ ਸਦਾ ਵਾਸਤੇ ਸੁਹੇਲੇ ਸੁਖੀ ਹੋ ਜਾਈਦਾ ਹੈ। ਸਗਲ ਬਿਨਾਸੈ ਰੋਗ ਕੂੜਾ। ਤੇ ਜਿਹੜੇ ਕੂੜਾ ਨਾਮ ਹੈ, ਕੂੜਾ, ਜਿਹੜੇ ਕੂੜੇ ਮਾਇਆ ਪਦਾਰਥਾਂ ਤੋਂ ਰੋਗ ਲੱਗਦੇ ਹਨ, ਉਹ ਸਾਰੇ ਝੂਠੇ ਰੋਗ ਜਿਹੜੇ ਹਨ, ਝੂਠੀ ਮਾਇਆ ਦੇ ਮੋਹ ਦੇ ਲੱਗੇ ਹੋਏ, ਉਹ ਵਿਨਾਸ਼ ਹੋ ਜਾਂਦੇ ਹਨ। ਵਿਸਰਾਮ ਦੇ ਕੇ ਫਰਮਾਉਂਦੇ ਗਰੀਬ ਨਵਾਜ ਏਕ ਅਰਾਧੋ ਸਾਚਾ ਸੋਏ। ਇਹ ਭਾਈ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਇੱਕ ਦੀ ਅਰਾਧਨਾ ਕਰੋ। ਜਿਹੜਾ ਇੱਕ ਸਾਚਾ ਹੈ ਸੋਏ ਉਹ ਪਰਮੇਸ਼ਰ, ਉਹ ਆਪ ਹੀ ਸੱਚਾ ਹੈ। ਪਿੱਛੇ ਵੀ ਸੱਚਾ ਸੀ, ਹੁਣ ਵੀ ਸੱਚਾ ਹੈ, ਆਉਣ ਵਾਲੇ ਸਮੇਂ 'ਚ ਵੀ ਉਹਨੇ ਹੀ ਸੱਚਾ ਹੋਣਾ ਹੈ। ਸੱਚਾ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਸਦਾ ਰਹਿੰਦਾ ਹੈ, ਤ੍ਰਈ ਕਾਲ ਆਬਾਦ। ਸਾਡਾ ਸਰੀਰ ਜਨਮ ਤੋਂ ਪਹਿਲਾਂ ਨਹੀਂ ਸੀ, ਮਰਨ ਤੋਂ ਬਾਅਦ 'ਚ ਨਹੀਂ ਹੋਣਾ, ਵਿਚਾਲੇ ਵਿਚਾਲੇ ਹੈ ਜਿੰਨੇ ਸਾਹ ਦਿੱਤੇ ਮਹਾਰਾਜ ਨੇ। ਇਸ ਕਰਕੇ ਉਹਨਾਂ ਕੁ ਚਿਰ ਸੱਚਾ ਲੱਗਦਾ, ਬਾਅਦ ਵਿੱਚ ਤਾਂ ਇਹਨੇ ਝੂਠਾ ਹੋ ਜਾਣਾ ਨਾ। ਤਾਂ ਇਹ ਝੂਠੀ ਦੇਹ ਹੈ ਸਾਡੀ, ਝੂਠਾ ਸਰੀਰ ਹੈ, ਨਾਸਮਾਨ ਹੈ। ਤਾਂ ਮਹਾਰਾਜ ਨੇ ਤਾਂ ਕਹਿ ਦਿੱਤਾ ਸਾਰਾ ਸੰਸਾਰ ਹੀ ਭਾਈ ਝੂਠਾ ਹੈ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਦਾ ਅਰਥ ਝੂਠ ਹੀ ਹੈ, ਕੂੜਾ ਹੀ ਹੈ। ਰਾਜਾ ਪਰਜਾ ਸਾਰਾ ਸੰਸਾਰ ਹੀ। ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ। ਕੂੜ ਮੀਆਂ ਕੂੜ ਬੀਬੀ ਖਪ ਹੋਏ ਖਾਰ। ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ। ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ। ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ। ਉਹ ਤੁਧ ਹੀ ਸੱਚਾ ਹੈ, ਤੁਧ ਬਾਝ ਤੋਂ ਸਭ ਕੁਝ ਕੂੜੋ ਕੂੜ ਹੈ, ਝੂਠਾ ਹੀ ਝੂਠਾ ਹੈ। ਉਹ ਵਾਹਿਗੁਰੂ ਇੱਕੋ ਇੱਕ ਸੱਚਾ ਹੈ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤਾਂ ਜਿਹੜਾ ਸੱਚਾ ਹੈ ਮਹਾਰਾਜ ਕਹਿੰਦੇ ਉਸ ਇੱਕ ਦੀ ਆਰਾਧਨਾ ਕਰੀਏ। ਜਾ ਕੀ ਸਰਨ ਸਦਾ ਸੁਖ ਹੋਏ। ਜਿਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ ਸਦਾ ਦਾ ਸੁਖ ਹੁੰਦਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸਭ ਸ੍ਰਿਸ਼ਟੀ ਨੂੰ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਪਾਇਆ ਕਿ ਭਾਈ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਸਦਾ ਕਰਤਾਰ ਦੀ ਸ਼ਰਨ ਵਿੱਚ ਰਹੋ, ਵਾਹਿਗੁਰੂ ਦੀ ਸ਼ਰਨ ਵਿੱਚ ਰਹੋ। ਦਸਾਂ ਜਾਮਿਆਂ ਵਿੱਚ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਉਚਾਰਿਆ ਵੀ ਸਰਨਨਾਥ ਤੋਰੀਅੰ ਉਵਾਰ ਲਾਜ ਮੋਰੀਅੰ। ਜਿਤੇ ਸਰਨ ਐ ਹੈ ਤਿਤੇ ਰਾਖ ਲੈ ਹੈ। ਜਿੰਨੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਆ ਉਹਨਾਂ ਨੂੰ ਉਹ ਰੱਖ ਲੈਂਦਾ ਹੈ। ਉਹ ਪਰਮੇਸ਼ਰ ਦੀ ਸ਼ਰਨ ਏਡੀ ਵੱਡੀ ਹੈ, ਜੋ ਸ਼ਰਨੇ ਆਵੈ ਤਿਸ ਕੰਠ ਲਾਵੈ ਉਹ ਬਿਰਧ ਸੁਆਮੀ ਸੰਦਾ। ਜਾ ਕੀ ਸਰਨ ਸਦਾ ਸੁਖ ਹੋਏ। ਜਿਸ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਪੈ ਕਰਕੇ ਸਦਾ ਦਾ ਸੁਖ ਪ੍ਰਾਪਤ ਹੁੰਦਾ ਹੈ, ਆਤਮਿਕ ਸੁਖ ਪ੍ਰਾਪਤ ਹੁੰਦਾ ਹੈ। ਨੀਂਦ ਸੁਹੀ ਨਾਮ ਕੀ ਲਾਗੀ ਭੂਖ।
ਜਿਨ੍ਹਾਂ ਨੇ ਪ੍ਰਭੂ ਦੀ ਸ਼ਰਨ ਲਈ ਉਹਨਾਂ ਨੂੰ ਭਾਈ ਸੁਖ ਵਾਲੀ ਨੀਂਦ ਆਈ। ਉਹ ਸੁਖੀ ਹੋ ਕਰਕੇ ਸੁਖ ਦੀ ਨੀਂਦ ਸੌਂਦੇ ਆ। ਉਹਨਾਂ ਦੀ ਚਿੰਤਾ ਦੂਰ ਕਰ ਦਿੱਤੀ। ਜਿਹਨੂੰ ਚਿੰਤਾ ਹੋਵੇ ਉਹਨੂੰ ਕਿੱਥੇ ਸੁੱਖ ਵਾਲੀ ਨੀਂਦ ਆਉਂਦੀ ਹੈ। ਕਈ ਲੋਕ ਦਵਾਈਆਂ ਖਾ ਖਾ ਕੇ ਨੀਂਦ ਲੈਂਦੇ ਆ, ਨੀਂਦ ਆਉਂਦੀ ਨਹੀਂ। ਕਹਿੰਦੇ ਕਿਉਂ ਨਹੀਂ ਆਉਂਦੀ? ਕਹਿੰਦੇ ਚਿੰਤਾ ਹੀ ਇੰਨੀ ਹੈ, ਫਿਕਰ ਹੀ ਇੰਨਾ ਹੈ। ਕਹਿੰਦੇ ਸਿਰ ਭਾਰਾ ਹੋਇਆ ਰਹਿੰਦਾ, ਮਨ ਤੇ ਬੋਝ ਪਿਆ ਹੋਇਆ ਹੈ। ਪਰ ਜੀ ਜਿਹੜਾ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਨਾਮ ਜਪਦਾ, ਬਾਣੀ ਪੜ੍ਹਦਾ ਹੈ, ਪ੍ਰਭੂ ਦੇ ਭਾਣੇ 'ਚ ਰਹਿੰਦਾ ਹੈ, ਮਹਾਰਾਜ ਸਾਹਿਬ ਦੀ ਕਿਰਪਾ ਹੁੰਦੀ ਹੈ, ਫਿਰ ਉਹਨੂੰ ਸੁੱਖ ਵਾਲੀ ਨੀਂਦ ਆਉਂਦੀ ਹੈ ਭਾਈ। ਬੇਫਿਕਰ ਹੋ ਕਰਕੇ ਆਰਾਮ ਕਰਦਾ ਹੈ ਤੇ ਨਾਮ ਦੀ ਭੁੱਖ ਲੱਗਦੀ ਹੈ। ਬਿਮਾਰ ਬੰਦਾ ਹੋਵੇ ਉਹਨੂੰ ਨੀਂਦ ਵੀ ਨਹੀਂ ਸੁੱਖ ਵਾਲੀ ਆਉਂਦੀ ਤੇ ਭੁੱਖ ਵੀ ਨਹੀਂ ਲੱਗਦੀ। ਸਰੀਰਕ ਤੌਰ ਤੇ ਜੇ ਤਾਪ ਚੜ੍ਹਿਆ ਹੋਵੇ, ਬੁਖਾਰ ਚੜ੍ਹਿਆ ਹੋਵੇ, ਖਾਣਾ ਪੀਣਾ ਵੀ ਨਹੀਂ ਚੰਗਾ ਲੱਗਦਾ, ਫਿਰ ਦਵਾਈ ਲੈਂਦਾ ਵੀ ਮੈਨੂੰ ਭੁੱਖ ਨਹੀਂ ਲੱਗਦੀ ਜੀ, ਭੁੱਖ ਲੱਗਣ ਦੀ ਵੀ ਦਵਾਈ ਦਿਓ। ਤਾਂ ਸਤਿਗੁਰੂ ਕਹਿੰਦੇ ਇਸੇ ਤਰ੍ਹਾਂ ਹੀ ਜੇ ਭਾਈ ਅੰਦਰੋਂ ਬਿਮਾਰ ਹੋਈਏ ਨਾ ਤਾਂ ਫਿਰ ਸ਼ਾਂਤੀ ਰੂਪੀ ਸੁੱਖ ਵਾਲੀ ਨੀਂਦ ਨਹੀਂ ਆਉਂਦੀ। ਸ਼ਾਂਤੀ ਨੂੰ ਨੀਂਦ ਆਖਿਆ। ਇੱਕ ਬਾਹਰੀ ਸਰੀਰਕ ਨੀਂਦ ਵਾ, ਇੱਕ ਅੰਦਰ ਸ਼ਾਂਤ ਹੋਣਾ ਹੋ ਜਾਣਾ, ਉਹ ਸ਼ਾਂਤੀ ਦੀ ਨੀਂਦ ਵਾ। ਸ਼ਾਂਤੀ ਰੂਪ ਨੀਂਦ ਜਿਹੜੀ ਹੈ। ਤੇ ਭੁੱਖ ਕਿਹੜੀ ਹੈ? ਨਾਮ ਦੀ ਭੁੱਖ। ਇੱਕ ਜਿਹੜੀ ਇਹ ਤਨ ਦੀ ਭੁੱਖ ਹੈ ਨਾ, ਉਹ ਅੰਦਰ ਨਾਮ ਦੀ ਭੁੱਖ ਹੈ, ਮਨ ਦੀ ਭੁੱਖ ਹੈ। ਤੰਦਰੁਸਤ ਹੋਵੇ ਤੇ ਫਿਰ ਮਨ ਨੂੰ ਨਾਮ ਦੀ ਭੁੱਖ ਲੱਗਦੀ ਹੈ, ਫਿਰ ਨਾਮ ਜਪਣ ਨੂੰ ਜੀ ਕਰਦਾ ਹੈ। ਜਦੋਂ ਬੰਦਾ ਬਿਮਾਰ ਹੋਵੇ ਉਦੋਂ ਕੁਝ ਖਾਣ ਨੂੰ ਜੀ ਨਹੀਂ ਕਰਦਾ, ਭੁੱਖ ਨਹੀਂ ਲੱਗਦੀ। ਤੇ ਜੇ ਅੰਦਰੋਂ ਈਰਖਾ ਦਾ ਬੁਖਾਰ ਚੜ੍ਹਿਆ ਹੋਵੇ, ਹਉਮੈ ਦਾ ਬੁਖਾਰ ਚੜ੍ਹਿਆ ਹੋਵੇ, ਤ੍ਰਿਸ਼ਨਾ ਦਾ ਬੁਖਾਰ ਚੜ੍ਹਿਆ ਹੋਵੇ, ਤੇ ਫਿਰ ਨਾਮ ਦੀ ਭੁੱਖ ਵੀ ਨਹੀਂ ਲੱਗਦੀ। ਨਾਮ ਰੂਪੀ ਪਦਾਰਥ ਤੇ ਬੜਾ ਮਿੱਠਾ ਹੈ, ਬਹੁਤ ਸਵਾਦਲਾ ਹੈ। ਕੋਈ ਵੀ ਦੁਨੀਆ ਦਾ ਪਦਾਰਥ ਨਾਮ ਦੇ ਪਦਾਰਥ ਬਰਾਬਰ ਨਹੀਂ ਹੈ। ਜਿਨ੍ਹਾਂ ਨੇ ਛਕਿਆ ਉਹਨਾਂ ਨੇ ਕਹਿ ਦਿੱਤਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਤਾਂ ਜਦੋਂ ਸਰੀਰ ਨਾ ਠੀਕ ਹੋਵੇ, ਜਦੋਂ ਅੰਦਰੋਂ ਮਨ ਦੀ ਅਵਸਥਾ ਨਾ ਠੀਕ ਹੋਵੇ, ਫਿਰ ਨਾਮ ਦੀ ਭੁੱਖ ਵੀ ਨਹੀਂ ਲੱਗਦੀ। ਤਾਂ ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਆ ਉਹਨਾਂ ਨੂੰ ਸ਼ਾਂਤੀ ਰੂਪੀ ਸੁੱਖ ਵਾਲੀ ਨੀਂਦ ਪ੍ਰਾਪਤ ਹੁੰਦੀ ਹੈ ਤੇ ਉਹਨਾਂ ਨੂੰ ਨਾਮ ਦੀ ਭੁੱਖ ਵੀ ਲੱਗ ਜਾਂਦੀ ਹੈ। ਤੇ ਜਿਸ ਨੂੰ ਨਾਮ ਦੀ ਭੁੱਖ ਲੱਗ ਗਈ, ਨਾਮ ਛਕ ਲਿਆ ਪਦਾਰਥ, ਫਿਰ ਉਹਦੀਆਂ ਬਾਕੀ ਸਾਰੀਆਂ ਭੁੱਖਾਂ ਵੀ ਦੂਰ ਹੋ ਜਾਂਦੀਆਂ। ਤਾਂ ਹੀ ਮਹਾਰਾਜ ਨੇ ਆਖਿਆ ਨਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਫਿਰ ਸਾਰੀਆਂ ਭੁੱਖਾਂ ਗਵਾ ਜਾਂਦੀਆਂ ਜਦੋਂ ਨਾਮ ਦੀ ਭੁੱਖ ਲੱਗ ਜਾਵੇ। ਹਰ ਸਿਮਰਤ ਬਿਨਸੇ ਸਭ ਦੁਖ। ਵਾਹਿਗੁਰੂ ਜੀ ਨੂੰ ਸਿਮਰਦਿਆਂ, ਹਰੀ ਜੀ ਦਾ ਸਿਮਰਨ ਕਰਦਿਆਂ ਮਹਾਰਾਜ ਕਹਿੰਦੇ ਸਾਰੇ ਦੁੱਖ ਭਾਈ ਬਿਨਸ ਜਾਂਦੇ ਆ। ਦੁੱਖ ਸਾਰੇ ਕਿਹੜੇ ਆ? ਵਿਛੋੜੇ ਦਾ ਵੀ ਦੁੱਖ ਹੈ, ਤ੍ਰਿਸ਼ਨਾ ਰੂਪੀ ਭੁੱਖ ਦਾ ਵੀ ਦੁੱਖ ਹੈ, ਜਮਦੂਤਾਂ ਦਾ ਵੀ ਹੈ, ਰੋਗ ਦਾ ਵੀ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਜਨਮ ਦਾ ਵੀ ਦੁੱਖ ਹੈ, ਮਰਨ ਦਾ ਵੀ ਦੁੱਖ ਹੈ, ਅਨੇਕਾਂ ਦੁੱਖ। ਮਹਾਰਾਜ ਕਹਿੰਦੇ ਦੁੱਖਾਂ ਕਰਕੇ ਸਾਰਾ ਸੰਸਾਰ ਦੁਖੀ ਹੋ ਰਿਹਾ। ਨਾਨਕ ਦੁਖੀਆ ਸਭ ਸੰਸਾਰ। ਪਰ ਵਾਹਿਗੁਰੂ ਜੀ ਨੂੰ ਸਿਮਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ। ਸਾਰੇ ਦੁੱਖਾਂ ਦੀ ਦਵਾਈ ਇੱਕੋ ਹੀ ਆ, ਪ੍ਰਭੂ ਦਾ ਸਿਮਰਨ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ। ਸਹਿਜ ਆਨੰਦ ਕਰਮੁ ਮੇਰੇ ਭਾਈ। ਇਸ ਕਰਕੇ ਭਾਈ ਸਹਿਜੇ ਹੀ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਹੋਇਆਂ ਸਹਿਜ ਅਵਸਥਾ ਨੂੰ ਪ੍ਰਾਪਤ ਕਰੋ, ਆਨੰਦ ਨੂੰ ਧਾਰਨ ਕਰੋ ਮੇਰੇ ਭਰਾਓ। ਗੁਰ ਪੂਰੈ ਸਭ ਚਿੰਤ ਮਿਟਾਈ। ਜਿਨ੍ਹਾਂ ਨੇ ਪੂਰੇ ਗੁਰੂ ਸਾਹਿਬ ਜੀ ਦਾ ਉਪਦੇਸ਼ ਗ੍ਰਹਿਣ ਕੀਤਾ, ਪੂਰੇ ਗੁਰੂ ਸਾਹਿਬ ਜੀ ਨੇ ਸਾਰੀ ਉਹਨਾਂ ਦੀ ਚਿੰਤਾ ਮੇਟ ਦਿੱਤੀ। ਆਠ ਪੈਰ ਪ੍ਰਭ ਕਾ ਜਪ ਜਾਪ। ਜਿਹੜੇ ਗੁਰਮੁਖ ਅੱਠੇ ਪੈਰ ਪ੍ਰਭੂ ਦਾ ਜਪ ਜਪਦੇ ਹਨ, ਜੋ ਜਪਣੇ ਯੋਗ ਜਾਪ ਹੈ ਉਸ ਜਪ ਨੂੰ ਜਪਦੇ ਹਨ, ਵਾਹਿਗੁਰੂ ਦੇ ਨਾਮ ਦਾ ਜਾਪ ਕਰਦੇ ਹਨ ਜੋ ਅੱਠੇ ਪੈਰ। ਨਾਨਕ ਰਾਖਾ ਹੋਆ ਆਪ। ਉਹਨਾਂ ਦਾ ਫਿਰ ਰਾਖਾ ਉਹ ਵਾਹਿਗੁਰੂ ਆਪ ਹੁੰਦਾ ਹੈ, ਕਰਤਾ ਪੁਰਖ ਆਪ ਰਾਖੀ ਕਰਦਾ ਹੈ। ਤਾਂ ਮਹਾਰਾਜ ਕਹਿੰਦੇ ਭਾਈ ਉਹ ਸਦਾ ਵਾਸਤੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਉਹ ਅਨੇਕਾਂ ਦੁੱਖਾਂ ਵਿੱਚ ਘਿਰ ਕੇ, ਮੁਸੀਬਤਾਂ ਵਿੱਚ ਘਿਰ ਕੇ, ਫਿਰ ਵੀ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਆ। ਉਹ ਆਤਮਾ ਕਰਕੇ ਬਲਵਾਨ ਰਹਿੰਦੇ ਆ, ਸਰੀਰ ਕਰਕੇ ਭਾਵੇਂ ਟੁਕੜਾ ਟੁਕੜਾ ਵੀ ਹੋ ਜਾਂਦੇ ਆ ਨਾ, ਉਹ ਆਪਣਾ ਧਰਮ ਨਹੀਂ ਛੱਡਦੇ, ਸਿੱਖੀ ਨਹੀਂ ਛੱਡਦੇ।
ਚੜ੍ਹਦੀ ਕਲਾ ਵਿੱਚ ਰਹਿੰਦੇ ਆ, ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਦੁੱਖ ਵਿੱਚ ਸੂਖ ਮਨਾਈ ਵਾਲੀ, ਉਹ ਦੁੱਖ ਨੂੰ ਵੀ ਦਾਤ ਹੀ ਸਮਝਦੇ ਆ ਤੇ ਵਾਹਿਗੁਰੂ ਦਾ ਸ਼ੁਕਰ ਹੀ ਕਰਦੇ ਆ। ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਵਾਹਿਗੁਰੂ ਆਪ ਉਹਨਾਂ ਦਾ ਰਾਖਾ ਬਣਦਾ ਹੈ। ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਠ ਪਹਿਰ ਪ੍ਰਭ ਕਾ ਜਪ ਜਾਪ, ਨਾਨਕ ਰਾਖਾ ਹੋਆ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।